ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਰਾਇਲ ਟਰੈਵਲਸ ਤੋਂ ਅਰਵਿੰਦਰਪਾਲ ਸਿੰਘ। ਅਰਵਿੰਦਰ ਜੀ, ਵੈਲਕਮ ਟੂ ਦ ਸ਼ੋ। बहुत शुक्रिया संजीव जी और सारे दर्शकों को प्यार भरी सत श्री अकाल। ਹੋਰ ਸੁਣਾਓ, ਕੀ ਹਾਲ ਚਾਲ ਨੇ? बहुत चढ़दी कला मौजां च। ਤੇ ਸਾਡੇ ਫਿਰ ਜਿਹੜੇ ਦਰਸ਼ਕ ਨੇ ਉਹ ਵੀ ਚੜ੍ਹਦੀ ਕਲਾ 'ਚ ਜਾਣਾ ਚਾਹੁੰਦੇ ਨੇ, ਮੌਜਾਂ 'ਚ ਜਾਣਾ ਚਾਹੁੰਦੇ ਨੇ, ਇਸ ਕਰਕੇ ਜਾਣਨਾ ਚਾਹੁੰਦੇ ਨੇ ਤੁਹਾਡੇ ਕੋਲੋਂ ਉਹ ਕੀ ਬਣਿਆ ਜਿਹੜੀਆਂ ਪੈਂਡਿੰਗ ਐਪਲੀਕੇਸ਼ਨਸ ਪਈਆਂ ਸੀ ਕੈਨੇਡਾ ਵਾਸਤੇ, ਅਮਰੀਕਾ ਵਾਸਤੇ। ਸਟੂਡੈਂਟਸ ਵੀਜ਼ਾ ਲਗਾਤਾਰ ਰੱਦ ਹੋ ਰਹੇ ਸੀ ਔਰ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਜਿਹੜੇ ਅਸੀਂ ਭਾਰਤੀ ਹੈਗੇ ਆ, ਸਾਡੇ ਵੀਜ਼ੇ ਰੱਦ ਹੁੰਦੇ ਪਏ ਨੇ। ਦੱਸੋ, ਕਮਾਲ ਹੋ ਗਿਆ। देखो संजीव जी, ਐਪਲੀਕੇਸ਼ਨ ਦਾ ਬੈਕਲੌਗ ਤੇ ਹੌਲੀ ਹੌਲੀ ਕਾਬੂ ਜਾ ਰਿਹਾ ਬਿਕਾਜ਼ ਤਕਰੀਬਨ ਸਟੂਡੈਂਟਸ ਨੂੰ ਸਟ੍ਰੀਮਲਾਈਨ ਕਰ ਲਿਆ। ਅੱਛਾ ਜੀ। ਅੱਜ ਦੇ ਸਮੇਂ ਵਿੱਚ ਜਿਹੜਾ ਸਟੂਡੈਂਟ ਵੀਜ਼ਾ ਅਪਲਾਈ ਕਰਦਾ ਹੈ ਕੈਨੇਡਾ ਦਾ, ਉਹ ਤਕਰੀਬਨ 2 ਤੋਂ 2.5 ਮਹੀਨੇ ਦੇ ਵਿੱਚ ਉਹਨੂੰ ਵੀਜ਼ਾ ਮਿਲ ਜਾਂਦਾ ਹੈ। ਬਟ ਬਾਕੀ ਦੀਆਂ ਐਪਲੀਕੇਸ਼ਨਸ ਹਾਲੇ ਵੀ ਬੇਕਾਬੂ ਨੇ। ਸਿਰਫ ਸਟੂਡੈਂਟ ਸਟ੍ਰੀਮਲਾਈਨ ਹੋਇਆ। ਅੱਜ ਦਾ ਆਪਾਂ US ਦੀ ਵੀ ਤੁਹਾਨੂੰ ਕਈ ਵਾਰੀ ਆਪਾਂ ਗੱਲ ਕੀਤੀ ਕਿ US ਨੇ ਵੀ ਪਹਿਲੀ ਕੈਟਾਗਰੀ ਸਟੂਡੈਂਟ ਨੂੰ ਹੀ ਸਟ੍ਰੀਮਲਾਈਨ ਕੀਤਾ ਸੀ। ਸਟੂਡੈਂਟ ਨੂੰ ਤਾਂ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਬਿਕਾਜ਼ ਸਟੂਡੈਂਟ ਕਿਸੇ ਵੀ ਮੁਲਕ ਦੀ FDI ਵਾਂਗੂ ਆ, ਫੋਰਨ ਡਾਇਰੈਕਟ ਇਨਵੈਸਟਮੈਂਟ। ਤੁਸੀਂ ਸੋਚੋ, ਕੈਨੇਡਾ ਅਸੀਂ ਬਹੁਤ ਨਿਰਾਸ਼ ਆ ਜੀ। ਕੈਨੇਡਾ ਨੇ ਸਾਡੇ 41% ਵੀਜ਼ਾਜ਼ ਰਿਜੈਕਟ ਕਰਤੇ ਔਰ ਬਟ ਤੁਸੀਂ ਸੋਚੋ ਹਾਲੇ ਵੀ ਸਾਡੇ 60% ਬੱਚਿਆਂ ਨੂੰ ਵੀਜ਼ਾ ਮਿਲ ਰਿਹਾ ਆ। ਸੋ ਕੈਨੇਡਾ ਇਕਲੌਤਾ ਕੰਟਰੀ ਆ ਜਿੱਥੇ ਤੁਸੀਂ ਰੀ ਐਪਲੀਕੇਸ਼ਨ ਦੇ ਵਿੱਚ ਵੀ ਵੀਜ਼ਾ ਕੱਢ ਸਕਦੇ ਹੋ। ਓਕੇ, ਕਿ ਤੁਸੀਂ ਵੀਜ਼ਾ ਪਾਇਆ, ਵੀਜ਼ਾ ਰਿਜੈਕਟ ਹੋਇਆ, ਬਟ ਦੁਬਾਰਾ ਐਪਲੀਕੇਸ਼ਨ ਲਾਓਗੇ ਵੀਜ਼ਾ ਆ ਜਾਂਦਾ ਆ। ਸੋ ਕੈਨੇਡਾ ਪੋਜ਼ਿਟਿਵ ਆ। ਕੈਨੇਡਾ ਖਤਮ ਨਹੀਂ ਹੋਣ ਵਾਲਾ। ਜਿਸ ਤਰੀਕੇ ਨਾਲ ਖਬਰਾਂ ਨੇ ਖਤਮ ਕਰਤਾ, ਜਿਸ ਤਰੀਕੇ ਨਾਲ ਬਹੁਤ ਸਾਰੇ ਮਾਹਰਾਂ ਨੇ ਖਤਮ ਕਰਤਾ, ਕੈਨੇਡਾ ਖਤਮ ਹੋਣ ਵਾਲਾ ਨਹੀਂ ਆ। ਕੈਨੇਡਾ ਦੀਆਂ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਛੇਤੀ ਠੱਲਣ ਵਾਲੀਆਂ ਨਹੀਂ ਹੈਗੀਆਂ। ਇਹਨਾਂ 'ਚ ਲਗਾਤਾਰ ਵਾਧਾ ਹੋ ਰਿਹਾ ਔਰ ਕੈਨੇਡਾ ਦੀ ਹੀ ਤਰੱਕੀ ਵੇਖ ਕੇ ਬਹੁਤ ਸਾਰੇ ਮੁਲਕਾਂ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਤਬਦੀਲੀ ਕੀਤੀ ਹੈ। ਅੱਛਾ ਜੀ। ਇਹਦੀ ਸਭ ਤੋਂ ਵੱਡੀ ਜਿਹੜੀ ਲੋੜ ਹੈ ਉਹ ਜਿੱਦਾਂ ਹੁਣ ਆਸਟ੍ਰੇਲੀਆ ਨੇ ਵਧਾਇਆ, UK ਨੇ ਵਧਾਇਆ। ਸੋ ਹਰ ਇੱਕ ਨੇ ਆਪਣੀ ਇਮੀਗ੍ਰੇਸ਼ਨ ਦੀ ਜਿਹੜੀ ਲਾਈਨ ਆ ਉਹ ਥੋੜੀ ਹੋਰ ਲਕੀਰ ਅੱਗੇ ਖਿੱਚੀ ਆ। ਸਟੂਡੈਂਟ ਉਹ ਸਰਮਾਇਆ ਆ ਜਿਹੜਾ ਪੰਡ ਬਣ ਕੇ ਰੁਪਈਏ ਨਾਲ ਲੈ ਕੇ ਆਉਂਦਾ ਆ ਜੀ। ਉਸ ਤੋਂ ਬਾਅਦ ਆਪਣੇ ਪੈਸਿਆਂ ਨਾਲ ਖੁਦ ਦੇ ਉੱਪਰ ਇਨਵੈਸਟ ਕਰਦਾ ਆ। ਖੁਦ ਨੂੰ ਜਿਹੜੇ ਵੀ ਮਾਹੌਲ ਦੇ ਵਿੱਚ ਰਹਿੰਦਾ ਆ, ਚਾਹੇ ਕੈਨੇਡੀਅਨ, ਆਸਟ੍ਰੇਲੀਅਨ, ਅਮਰੀਕਨ ਆ, ਉਸ ਮਾਹੌਲ ਦੇ ਵਿੱਚ ਢਾਲ ਲੈਂਦਾ ਆ। ਹਾਂਜੀ, ਕਿਉਂਕਿ ਸਟੂਡੈਂਟ ਕੱਚੀ ਮਿੱਟੀ ਦੇ ਭਾਂਡੇ ਵਾਂਗੂ ਵੀ ਤੁਸੀਂ ਉਹਨੂੰ ਜਿਹੜੀ ਸ਼ੇਪ ਦਿੱਤੀ, ਜਿਹੜੇ ਕਲਚਰ ਹੋਇਆ, ਉਹਦੀਆਂ ਵੈਲਿਊਜ਼ ਵਿੱਚ ਗਰੋ ਅਪ ਕਰ ਜਾਂਦੀਆਂ। ਔਰ ਜਿੱਦਣ ਉਹ ਦੈਨ ਉਸ ਤੋਂ ਬਾਅਦ ਇਹ ਸਾਰੇ ਮੁਲਕ ਉਹਨੂੰ ਸਟੂਡੈਂਟ ਨੂੰ ਥੋੜਾ ਸਮਾਂ ਦਿੰਦੇ ਨੇ, ਇਹ ਕਹਿ ਕੇ ਕਿ ਤੂੰ ਕਾਕਾ ਜੀ ਪ੍ਰੂਵ ਕਰੋ ਆਪਣੇ ਆਪ ਨੂੰ। ਹਾਂਜੀ, ਕਿ ਤੁਸੀਂ ਵੈਲਿਊਏਬਲ ਐਸੈਟ ਇਸ ਮੁਲਕ ਲਈ ਹੋ ਸਕਦੇ ਆ। ਉਹ ਸਟੂਡੈਂਟ ਆਪਣੀ ਪੜ੍ਹਾਈ ਆਪਣੇ ਖੁਦ ਦੇ ਪੈਸੇ ਲਾ ਕੇ ਖੁਦ ਪੜ੍ਹਾਈ ਕੀਤੀ, ਖੁਦ ਦੇ ਰਿਸੋਰਸਿਸ ਨਾਲ। ਉਸ ਤੋਂ ਬਾਅਦ ਉਹ ਇੱਕ ਵੈਲਿਊਏਬਲ ਐਸੈਟ ਬਣ ਗਿਆ। ਜਦੋਂ ਐਸੈਟ ਬਣ ਗਿਆ ਉਦੋਂ ਉਹਨੂੰ ਕਿਹਾ ਜਾਂਦਾ ਕਿ ਪ੍ਰੂਵ ਕਰੋ ਕਿ ਤੁਸੀਂ ਐਸੈਟ ਹੋ। ਉਹ ਉਸ ਦਿਨ ਸਟੂਡੈਂਟ ਨੂੰ ਕਿਹਾ ਜਾਂਦਾ ਕਿ ਕੰਮ ਦੀ ਆਪਣੀ ਸਮਰੱਥਾ ਦੱਸੋ। ਸੋ ਸਟੂਡੈਂਟ ਨੂੰ ਕੰਮ ਕਰਨਾ ਅਲਾਓ ਕਰਤਾ, ਵਰਕ ਪਰਮਿਟ ਤੇ ਆ ਗਿਆ। ਉਸ ਤੋਂ ਬਾਅਦ ਸਟੂਡੈਂਟ ਦੀ ਜੌਬ ਤੈਅ ਕਰਦੀ ਆ ਕਿ ਉਹਨੂੰ ਇਸ ਮੁਲਕ ਰੱਖਣਾ ਕਿ ਨਹੀਂ ਰੱਖਣਾ। ਕਿਉਂਕਿ ਅਗਰ ਕਮਾਊ ਪੁੱਤਰ ਹੋ ਗਿਆ ਰੱਖ ਲਾਂਗੇ, ਅਗਰ ਕਮਾਊ ਪੁੱਤਰ ਨਹੀਂ ਹੋਇਆ ਤਾਂ ਤੁਸੀਂ ਆਪਣੇ ਘਰ। ਸੋ ਪੂਰੇ ਦੁਨੀਆ ਦੇ ਜਿੰਨੇ ਕੰਟਰੀਜ਼ ਵਿੱਚ ਮੈਂ ਬੇਸਿਕਲੀ ਆਹ ਸਾਰੇ ਕੰਟਰੀਜ਼ ਦੀ ਇਮੀਗ੍ਰੇਸ਼ਨ ਪਾਲਿਸੀ ਨੂੰ ਟਰਾਂਸਲੇਟ ਕੀਤਾ ਇੱਕ ਦੇਸੀ ਲਹਿਜੇ ਦੇ ਵਿੱਚ, ਕਿਉਂਕਿ ਸਭ ਦਾ ਤਰੀਕਾ ਇਹੀ ਆ ਕਿ ਤੁਸੀਂ ਆਓ, ਪੈਸੇ ਖਰਚੋ, ਪੜ੍ਹਾਈ ਲਓ, ਉਸ ਤੋਂ ਬਾਅਦ ਤੁਸੀਂ ਕੰਮ ਕਰਕੇ ਵਿਖਾਓ। ਅਗਰ ਤੁਹਾਡੀ ਅਡੈਪਟੇਬਿਲਿਟੀ ਹੋਗੀ ਤਾਂ ਤੁਸੀਂ ਕਮਾਊ ਪੁੱਤਰ ਹੋਗੇ, ਫਿਰ ਤੁਹਾਨੂੰ ਅਸੀਂ ਆਪਣੇ ਘਰ ਰੱਖ ਲਾਂਗੇ, ਨਹੀਂ ਤਾਂ ਜਾਓ। ਹਾਂ, ਨਹੀਂ ਤਾਂ ਜਾਓ। ਸੋ ਇੱਕ ਸਟੂਡੈਂਟ ਕਿਸੇ ਵੀ ਮੁਲਕ ਦੀ ਇਕਨੋਮੀ ਨੂੰ ਤਬਦੀਲ ਕਰਨ ਦਾ, ਮੋਬਿਲਾਈਜ਼ ਕਰਨ ਦਾ ਮਾਦਾ ਰੱਖਦਾ ਆ। ਸੋ ਅਸੀਂ ਕਹਿੰਦੇ ਆ, ਕਹਿ ਭੋਲੇ ਮੂੰਹ ਨਾਲ ਦਿੰਦੇ ਵੀ 1.5 ਲੱਖ ਸਟੂਡੈਂਟਸ ਨੂੰ ਵੀਜ਼ਾ ਦਿੱਤਾ। ਤੁਸੀਂ ਕਿਤੇ 1.5 ਲੱਖ ਨੂੰ 18 ਲੱਖ ਨਾਲ ਗੁਣਾ ਕਰਕੇ ਤੇ ਵੇਖੋ ਕਿ ਕਿੰਨੇ ਅਰਬਾਂ ਖਰਬਾਂ ਰੁਪਈਆ ਗਿਆ ਉੱਥੇ। ਸਹੀ ਗੱਲ ਹੈ। ਸੋ ਇਹ ਇੰਨਾ ਵੱਡਾ ਪੈਸਾ ਹੈ। ਅਗਰ ਕੋਈ ਕੰਪਨੀ ਤੋਂ ਮੰਗਦੇ, ਅਗਰ ਕਿਸੇ ਕੰਪਨੀ ਨੂੰ ਕਹਿੰਦੇ, ਜਿੱਦਾਂ ਇੰਡੀਆ ਜਾਂ ਡਿਵੈਲਪਿੰਗ ਕੰਟਰੀਜ਼ ਦੀ ਆਦਤ ਹੈ ਕਿ ਅਸੀਂ ਜਿਹੜੇ ਚੰਗੀਆਂ ਕੰਪਨੀਜ਼ ਨੂੰ, ਮਲਟੀਨੈਸ਼ਨਲ ਕੰਪਨੀਜ਼ ਨੂੰ ਕਹਿੰਦੇ ਕਿ ਸਾਡੇ ਮੁਲਕ ਆ ਕੇ ਵਪਾਰ ਕਰੋ, ਇੱਥੇ ਚੀਜ਼ਾਂ ਦੀ ਮੈਨੂਫੈਕਚਰਿੰਗ ਕਰੋ। ਟੈਸਲਾ ਨੂੰ ਵੀ ਕਹਿੰਦੇ ਜੀ ਇੱਥੇ ਆ ਕੇ ਕਾਰਾਂ ਬਣਾਓ। ਬਿਲਕੁਲ ਸਹੀ ਗੱਲ। ਸੋ ਅਸੀਂ BMW ਨੂੰ ਕਹਿੰਦੇ ਇੱਥੇ ਆ ਕੇ ਕਾਰਾਂ ਬਣਾਓ। ਸੋ ਉਹਦਾ ਮਤਲਬ ਹੈ ਕਿ ਅਸੀਂ ਕਹਿੰਦੇ ਕਿ ਪੈਸਾ ਲਾਓ, ਇੱਥੇ ਜੌਬਸ ਕ੍ਰੀਏਟ ਕਰੋ। ਬਟ ਇਹ ਸਭ ਦੀ ਇੱਕ ਕਾਸਟ ਹੈ। ਇਹ ਸਭ ਨੇ ਕਿ ਜਿੱਦਣ ਤੁਹਾਡੇ ਕੋਲ ਇਹਨਾਂ ਕੰਪਨੀਜ਼ ਦੇ ਕੋਲ ਇਹਨਾਂ ਨੇ ਇੱਥੇ ਇਨਵੈਸਟ ਕਰਨਾ ਸ਼ੁਰੂ ਕਰਤਾ, ਉਸ ਤੋਂ ਬਾਅਦ ਜਦੋਂ ਇਹਨਾਂ ਨੇ ਕਮਾਈ ਕੀਤੀ, ਇਹਨਾਂ ਕਮਾਈ ਫਿਰ ਆਪਣੇ ਮੁਲਕ ਲੈ ਕੇ ਜਾਣੀ ਹੈ। ਸੋ FDI ਕਮਸ ਵਿਦ ਅ ਪ੍ਰਾਈਸ। ਸੋ FDI ਨੂੰ ਪਹਿਲਾਂ ਲਿਓਰ ਕਰਨਾ ਪੈਂਦਾ ਕਿ ਤੁਹਾਨੂੰ ਸਹੂਲਤਾਂ ਦੇਵਾਂਗੇ, ਤੁਸੀਂ ਸਬਸਿਡਾਈਜ਼ ਕੀਤਾ। ਸੋ ਉਹਦੇ ਲਿਓਰ 'ਚ ਆ ਕੇ ਉਹਨਾਂ ਨੇ ਇੱਥੇ ਕੰਮਕਾਰ ਸ਼ੁਰੂ ਕੀਤੇ। ਜਦੋਂ ਕਮਾਈ ਵਾਲੇ ਪਾਸੇ ਹੋ ਗਏ, ਉਹਨਾਂ ਪੈਸਾ ਚਾ ਕੇ ਬਾਹਰ ਲੈ ਜਾਣਾ। ਹਾਂ, ਤੁਹਾਡੇ ਟੈਕਸਿਸ ਜ਼ਰੂਰ ਪੇ ਕਰਨਗੇ, ਬਟ ਮੇਜਰ ਐਸੈਟਸ ਜਿਹੜੇ ਆ, ਜਿਹੜੀ ਫੰਡਸ ਆ, ਉਹ ਬਾਹਰ ਜਾਣਗੇ।
ਸਟੂਡੈਂਟ ਦੇ ਮਾਮਲੇ 'ਚ ਉਲਟਾ ਹੁੰਦਾ ਆ। ਸਟੂਡੈਂਟ ਹੁਣ ਕਿਸੇ ਵੀ ਕੰਪਨੀ ਦੀ FDI ਤੋਂ ਕਿਤੇ ਜ਼ਿਆਦਾ ਵੱਧ ਪੈਸਾ ਲੈ ਕੇ ਆਉਂਦੇ ਆ, ਓਕੇ, ਔਰ ਉਹ ਪੈਸਾ ਆ ਕੇ ਇੱਥੇ ਹੀ ਸਮਾਜ ਵਿੱਚ ਲਾਉਂਦੇ ਆ। ਹਾਂ, ਉਹ ਪੈਸੇ ਨਾਲ ਹੀ ਇਹ ਕੰਟਰੀਜ਼ ਗਰੋ ਕਰਦੇ ਆ, ਔਰ ਉਸ ਪੈਸੇ ਦੀ ਬਦੌਲਤ ਆ ਇਹਨਾਂ ਸਾਰੇ ਕੰਟਰੀਜ਼ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਇੰਨੇ ਵੱਡੇ ਹੋ ਗਏ। ਅਗਰ ਅਸੀਂ ਖਬਰ ਦੱਸ ਰਹੇ ਹਾਂ ਕਿ $85 ਮਿਲੀਅਨ ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਅਲਾਟ ਕੀਤਾ ਗਿਆ, ਸੋ $85 ਮਿਲੀਅਨ ਆਇਆ ਕਿੱਥੋਂ ਆ? ਸੋ ਉਹ ਆਇਆ ਤਾਂ ਇਹਨਾਂ ਦੇ ਫੰਡਸ ਵਿੱਚੋਂ ਹੀ ਆ। ਸੋ ਤੁਹਾਡਾ ਪੈਸਾ ਤੁਹਾਡੇ ਤੇ ਹੀ ਲਾਇਆ ਜਾ ਰਿਹਾ। ਬਟ ਹਾਂ, ਇੱਕ ਚੀਜ਼ ਚੰਗੀ ਵੀ ਆ ਕਿ ਸਾਡੇ ਸਟੂਡੈਂਟਸ ਨੂੰ ਸੰਭਾਲਿਆ ਜ਼ਰੂਰ ਇਹਨਾਂ ਮੁਲਕਾਂ ਨੇ। ਸੋ ਸਾਡੇ ਸਟੂਡੈਂਟਸ ਨੂੰ ਸੰਭਾਲਣ ਦੇ ਨਾਲ ਨਾਲ ਮਾਨ ਸਨਮਾਨ ਵੀ ਦਿੱਤਾ ਆ, ਔਰ ਉਹ ਚੀਜ਼ਾਂ ਜਿਹੜੀਆਂ ਅਸੀਂ ਨਹੀਂ ਦੇ ਸਕੇ ਸਟੂਡੈਂਟਸ ਨੂੰ, ਕਿ ਉਹਨਾਂ ਦੇ ਮਾਨ ਸਨਮਾਨ ਵਾਲਾ ਰੁਪਈਆ ਉਹਨਾਂ ਦੀ ਜੇਬ ਵਿੱਚ ਹੋਵੇ, ਉਹਨਾਂ ਦੇ ਕੋਲ ਪ੍ਰਾਈਡ ਹੋਵੇ ਜੀ, ਉਹ ਅਰਲੀ ਕੰਮ ਤੇ ਲੱਗ ਸਕਣ। ਸੋ ਇਹ ਚੀਜ਼ਾਂ ਅਸੀਂ ਸਾਡੀ ਇਕਨੋਮੀ, ਸਾਡਾ ਸਿਸਟਮ ਸਟੂਡੈਂਟਸ ਨੂੰ ਡਿਲੀਵਰ ਕਰਨ 'ਚ ਫੇਲ ਹੋਇਆ ਆ। ਸੋ ਇਹਦਾ ਹੀ ਕੰਪਨਸੇਟ ਸਾਨੂੰ ਬੇਸਿਕਲੀ ਇਹਨਾਂ ਮੁਲਕਾਂ ਨੇ ਕੀਤਾ ਆ। ਔਰ ਠੀਕ ਹੈ, ਜਦ ਤੱਕ ਇਹ ਵਿਨ ਸਿਚੁਏਸ਼ਨ ਹੈ ਦੋਨਾਂ ਲਈ, ਉਹਨਾਂ ਦੇ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਨੇ, ਸਾਡੀਆਂ ਸਰਵਾਈਵਲ ਦੀਆਂ ਜ਼ਰੂਰਤਾਂ ਨੇ, ਸਾਡੀ ਇੰਪਲੋਏਬਿਲਟੀ ਦੀਆਂ ਜ਼ਰੂਰਤਾਂ ਨੇ। ਸੋ ਇਹ ਛੇਤੀ ਕਿਤੇ ਖਤਮ ਹੋਣ ਵਾਲਾ ਨਹੀਂ ਹੈ। ਸੋ ਕੈਨੇਡਾ ਦੇ ਵਿੱਚ ਸਟੂਡੈਂਟਸ ਲਗਾਤਾਰ ਜਾਂਦੇ ਰਹਿਣਗੇ, ਔਰ ਸਾਡਾ ਜਿਹੜਾ ਕੋਟਾ ਆ, ਐਨੂਅਲ ਕੋਟਾ 1 1.5 ਲੱਖ ਸਟੂਡੈਂਟ ਦਾ ਹੀ ਹੈ। ਇਹ ਮਿਊਚੁਅਲ ਬੈਨੀਫਿਟ ਵਾਲਾ ਪ੍ਰੋਸੈਸ ਹੈ। ਇਹ ਮਿਊਚੁਅਲ ਬੈਨੀਫਿਟਸ ਵਾਲਾ ਪ੍ਰੋਸੈਸ ਹੈ, ਔਰ ਸਾਡਾ ਜਿਹੜਾ ਕੋਟਾ ਹੈ 1 1.5 ਲੱਖ ਦਾ ਕੋਟਾ ਆ। ਹਰ ਸਾਲ ਇੰਨੇ ਹੀ ਸਟੂਡੈਂਟ ਜਾਂਦੇ ਆ। ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਐਪਲੀਕੇਸ਼ਨ ਤਾਦਾਦ ਜ਼ਿਆਦਾ ਵੱਧ ਗਈ ਆ, ਜਿਹਦਾ ਕਰਕੇ ਰਿਜੈਕਸ਼ਨਸ ਦਾ ਨੰਬਰ ਜ਼ਿਆਦਾ ਵੱਧ ਗਿਆ। ਪਿਛਲੇ ਸਾਲ 5.5 ਵਾਲਿਆਂ ਨੂੰ ਰਿਫਿਊਜ਼ਲਸ ਨਹੀਂ ਮਿਲਦੇ ਸੀ, ਇਸ ਸਾਲ 5.5 ਵਾਲਿਆਂ ਨੂੰ ਵੀਜ਼ਾਸ ਨਹੀਂ ਮਿਲ ਰਹੇ। ਸੋ ਜਿਹੜਾ 2 ਸਾਲ ਪਹਿਲਾਂ ਜਿਹੜੇ ਬੱਚੇ ਨੂੰ ਵੀਜ਼ਾ ਮਿਲ ਰਿਹਾ ਸੀ, ਅੱਜ ਉਸ ਬੱਚੇ ਨੂੰ ਵੀਜ਼ਾ ਨਹੀਂ ਮਿਲ ਰਿਹਾ, ਜਿਹਦਾ ਕਰਕੇ ਅਸੀਂ ਕਹਿਣ ਲੱਗੇ ਕਿ ਰਿਜੈਕਸ਼ਨ ਰੇਟ ਜ਼ਿਆਦਾ ਆ। ਜਦ ਕਿ ਸਾਡੀ ਫਰਸਟ੍ਰੇਸ਼ਨ ਦੀ ਤਾਦਾਦ ਵਧੀ ਆ, ਸਾਡੇ ਭੱਜਣ ਦੀ ਤਾਦਾਦ ਵਧੀ ਆ, ਸਾਡੀਆਂ ਐਪਲੀਕੇਸ਼ਨ ਦੀ ਤਾਦਾਦ ਵਧੀ ਆ। ਸੋ ਕੈਨੇਡਾ ਆਪਣੇ ਉਸੇ ਪਾਲਿਸੀ ਦੇ ਉੱਪਰ ਹੀ ਆ ਕਿ ਕੈਨੇਡਾ ਜਿੰਨੇ ਕੁ ਨੰਬਰ ਲੈ ਰਿਹਾ ਸੀ, ਇੱਥੋਂ ਉਨਾ ਹੀ ਨੰਬਰ ਲੈ ਰਿਹਾ, ਔਰ ਫਿਊਚਰ ਦੇ ਵਿੱਚ ਵੀ ਇਹ ਨੰਬਰ ਘਟਣਾ ਨਹੀਂ ਆ, ਗਰੋ ਭਾਵੇਂ ਹੋ ਜਾਵੇ। ਰਾਈਟ। ਅੱਛਾ, ਦੂਜੀ ਗੱਲ ਆਪਾਂ ਕਰਾਂਗੇ ਆਸਟ੍ਰੇਲੀਆ ਨੂੰ ਲੈ ਕੇ, ਕਿਉਂਕਿ ਆਸਟ੍ਰੇਲੀਆ ਨੇ ਡਿਮਾਂਡ ਕੀਤੇ ਨੇ ਵਰਕਰਸ ਕਿ ਉੱਥੇ ਆਉਣੇ ਚਾਹੀਦੇ, ਉਹਨਾਂ ਕੋਲ ਕੰਮ ਦੇ ਵਾਸਤੇ ਜੌਬਸ ਹੈਗੀਆਂ ਨੇ। ਜੀ। ਸੋ ਵਰਕ ਪਰਮਿਟ ਮਿਲੇਗਾ ਉੱਥੇ ਜਾ ਕੇ, ਜੋ ਇੱਥੋਂ ਮਾਈਗ੍ਰੇਟ ਕਰਕੇ ਉੱਥੇ ਜਾਣਗੇ। ਸੋ ਉਹਦਾ ਕੀ ਸੀਨ ਬਣਦਾ, ਜਿਹੜੇ ਉਹਨਾਂ ਨੂੰ ਇੰਨੇ ਜ਼ਿਆਦਾ ਚਾਹੀਦੇ ਨੇ? ਇਕਨੋਮੀ ਦਾ ਕੀ ਹਾਲ ਹੈ? ਔਰ ਜੋ ਇੰਨਾ ਜ਼ਿਆਦਾ ਉਹ ਜਜ਼ਬ ਕਰ ਲੈਣਗੇ, ਇੰਨੇ ਜ਼ਿਆਦਾ ਸਮਾ ਲੈਣਗੇ ਆਪਣੇ ਅੰਦਰ ਵਰਕਰਸ ਨੂੰ, ਇਹਦਾ ਮਤਲਬ ਕੰਪਨੀਜ਼ ਬਹੁਤ ਪ੍ਰੋਫਿਟਸ ਨੇ ਜਾਂ ਬਹੁਤ ਜ਼ਿਆਦਾ ਕੰਮ ਖਿਲ ਰਿਹਾ ਉਹਨਾਂ ਦਾ, ਜਿਹਨੂੰ ਸਮੇਟਣ ਵਾਸਤੇ ਚਾਹੀਦੇ ਨੇ? ਨਹੀਂ ਸੰਜੀਵ ਜੀ, ਅਸਲ 'ਚ ਅਗਰ ਸਨ 2016, 17, 18, 19 ਤੱਕ ਦੀ ਕਰੀਏ ਤਾਂ ਆਸਟ੍ਰੇਲੀਅਨ ਐਜੂਕੇਸ਼ਨ ਜਿਹੜਾ ਡਿਪਾਰਟਮੈਂਟ ਹੈ, ਇਹ ਦੁਨੀਆ ਦੇ ਸਭ ਤੋਂ ਵੱਡੇ ਡਿਪਾਰਟਮੈਂਟਸ ਵਿੱਚੋਂ ਸੀਗਾ। ਰਾਈਟ। ਸੋ ਇਹ ਇੰਨਾ ਵੱਡਾ ਡਿਪਾਰਟਮੈਂਟ ਹੈ ਕਿ ਇਹਨਾਂ ਦੀਆਂ ਸੈਲਰੀਜ਼, ਇਹਨਾਂ ਦੀਆਂ ਜਿਹੜੀਆਂ ਰੇਜ਼ਿੰਗਸ, ਇਹਨਾਂ ਦੀਆਂ ਵਰਕਿੰਗ, ਸਾਰੇ ਮੁਲਕਾਂ ਦੇ ਵਿੱਚ ਕੰਮ ਕਰ, ਉਹਨੂੰ ਬੇਸਿਕਲੀ ਇਮੀਗ੍ਰੇਸ਼ਨ ਡਿਪਾਰਟਮੈਂਟ ਹੀ ਫੰਡ ਕਰ ਰਿਹਾ ਸੀ, ਔਰ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਹੀ ਨੂੰ ਫੰਡ ਕਰ ਰਹੇ ਸੀ। ਰਾਈਟ ਸਰ। ਪਰ ਕੋਵਿਡ ਤੋਂ ਬਾਅਦ ਸਟ੍ਰਿਕਟਲੀ ਜਿਸ ਤਰੀਕੇ ਨਾਲ ਆਸਟ੍ਰੇਲੀਆ ਨੇ ਆਪਣੇ ਬੂਹੇ, ਆਪਣੇ ਦਰਵਾਜ਼ੇ ਬੰਦ ਕੀਤੇ ਕਿ ਹਵਾ ਵੀ ਅੰਦਰ ਨਾ ਆ ਸਕੇ, ਇੱਕ ਸਮਾਂ ਆ ਗਿਆ ਆਸਟ੍ਰੇਲੀਆ ਨੇ ਇੱਥੋਂ ਤੱਕ ਕਹਿਤਾ ਕਿ ਸਾਡਾ ਵੀ ਕੋਈ ਮੁਲਕ ਦਾ ਬੰਦਾ ਅਗਰ ਇੱਥੋਂ ਜਾ ਕੇ ਵਾਪਸ ਆਉਣਾ ਚਾਹੁੰਦਾ ਆ ਤੇ ਜੇ ਉਹ ਵਾਪਸ ਨਾ ਆਵੇ, ਨਹੀਂ ਤਾਂ ਅਸੀਂ ਜੇਲ੍ਹ 'ਚ ਪਾ ਦਾਂਗੇ, 5 ਸਾਲ ਦੀ ਸਜ਼ਾ ਦੇ ਦਾਂਗੇ। ਸੋ ਤੁਸੀਂ ਇਹ ਤੋਂ ਮਾਹੌਲ ਵੇਖੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਮੁਲਕ 'ਚ ਵੜਨ ਤੋਂ ਵੀ ਰੋਕਤਾ, ਬਾਕੀ ਦੀ ਗੱਲ ਹੀ ਬਾਅਦ ਦੀ ਆ। ਸੋ ਉਹ ਆਸਟ੍ਰੇਲੀਆ ਦਾ ਸਖਤ ਰਵੱਈਆ ਸੀ। ਸੋ ਆਸਟ੍ਰੇਲੀਆ ਦੀ ਜਿਸ ਤਰੀਕੇ ਦੀ ਬਣਤਰ ਹੈ, ਆਸਟ੍ਰੇਲੀਆ ਬੇਸਿਕਲੀ ਜਿੱਦਾਂ ਦੇ ਰਿਸੋਰਸਿਸ ਨੇ, ਆਸਟ੍ਰੇਲੀਆ ਇੱਕ ਡਰਾਈ ਕੰਟਰੀ ਹੈ ਬੇਸਿਕਲੀ, ਔਰ ਕੋਸਟਲ ਲਾਈਫ ਦੇ ਉੱਪਰ ਹੀ, ਕੋਸਟਲ ਰੀਜਨਸ ਦੇ ਉੱਪਰ ਸਾਰੀ ਲਾਈਫ ਹੈ। ਸੋ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਦਾ ਕਰਕੇ ਹੀ ਆਸਟ੍ਰੇਲੀਆ ਚਮਕ ਰਿਹਾ ਸੀ। ਸੋ ਅਗਰ ਤੁਸੀਂ ਇਮੀਗ੍ਰੇਸ਼ਨ ਦੇ ਦਰਵਾਜ਼ੇ ਬੰਦ ਕਰ ਦੋਗੇ ਤਾਂ ਆਸਟ੍ਰੇਲੀਆ ਦਾ ਵੀ ਜਿਹੜਾ ਹਾਲਾਤ ਚੰਗੇ ਨਹੀਂ ਰਹਿਣੇ। ਔਰ ਔਨ ਟੌਪ ਆਫ ਇਟ, ਪਹਿਲਾਂ ਸਾਡੇ ਤੋਂ ਵੀ ਵੱਧ ਜਿਹੜਾ ਭਰੋਸਾ ਉਹ ਚਾਈਨੀਜ਼ ਸਟੂਡੈਂਟ 'ਤੇ ਸੀ। ਓਕੇ। ਕੁਝ ਕਨਫਲਿਕਟਸ ਬਣੇ ਇੰਟਰਨੈਸ਼ਨਲ ਕਮਿਊਨਿਟੀਜ਼ ਦੇ ਵਿੱਚ ਕਿ ਚਾਈਨਾ ਨੂੰ ਥੋੜਾ ਇਹਨਾਂ ਨੂੰ ਕਿਨਾਰਾ ਕਰਨਾ ਪਿਆ। ਸੋ ਆਬਵੀਅਸਲੀ ਸਾਰੇ ਦਾ ਸਾਰਾ ਦਰੋਮਦਾਰ ਜਿਹੜਾ ਇੰਡੀਅਨ ਸਟੂਡੈਂਟਸ ਦੇ ਉੱਪਰ ਆ ਗਿਆ ਜੀ। ਆਸਟ੍ਰੇਲੀਆ ਨੇ ਅਗੇਨ ਇੱਕਦਮ ਸਰਕਾਰਾਂ ਬਦਲੀਆਂ, ਕਿਉਂਕਿ ਲੋਕ ਵੀ ਤੰਗ ਆ ਗਏ ਸੀ ਕਿ ਜਿੰਨੇ ਰੁਜ਼ਗਾਰ ਸੀ ਸਾਰੇ ਇਮੀਗ੍ਰੇਸ਼ਨ ਦੇ ਨਾਲ ਹੀ ਸੀਗੇ। ਸੋ ਇਹ ਇਮੀਗ੍ਰੈਂਟ ਕੰਟਰੀ ਸੀ, ਔਰ ਤਕਰੀਬਨ ਕਾਰੋਬਾਰ ਜਿਹੜੇ ਇਮੀਗ੍ਰੇਸ਼ਨ ਦੇ ਕੰਮ ਕਰਨ ਨਾਲ ਲਿੰਕ ਨੇ। ਸੋ ਹੌਲੀ ਹੌਲੀ ਇਹ ਹੋ ਗਿਆ ਕਿ ਜਦੋਂ ਇਮੀਗ੍ਰੇਸ਼ਨ ਦੀ ਪਾਲਿਸੀ ਬੰਦ ਹੋ ਗਈ, ਸਟੂਡੈਂਟਸ ਆਉਣੇ ਬੰਦ ਹੋ ਗਏ, ਇਮੀਗ੍ਰੈਂਟਸ ਆਉਣੇ ਬੰਦ ਹੋ ਗਏ, ਇਹਦੇ ਹਰ ਕੰਮ ਦੇ ਉੱਪਰ ਇਫੈਕਟ ਪਿਆ। ਓਕੇ। ਜਿਹਦਾ ਕਰਕੇ ਸਰਕਾਰਾਂ ਨੂੰ ਵੀ ਚਿੰਤਾ ਹੋਈ, ਪਬਲਿਕ ਨੂੰ ਵੀ ਚਿੰਤਾ ਹੋਈ, ਔਰ ਇੰਨੀ ਚਿੰਤਾ ਹੋਈ ਕਿ ਉਹਨਾਂ ਸਰਕਾਰ ਬਦਲ ਲਈ। ਸੋ ਹੁਣ ਨਵੀਂ ਗਵਰਨਮੈਂਟ ਆਈ, ਨਵੀਂ ਗਵਰਨਮੈਂਟ ਅਗਰੈਸਿਵ ਹੈ। ਨਵੀਂ ਗਵਰਨਮੈਂਟ ਨੇ ਆਉਂਦੇ ਹੀ ਅਨਾਊਂਸ ਕੀਤਾ ਸਭ ਤੋਂ ਪਹਿਲਾਂ ਕਿ ਅਸੀਂ ਸਟੂਡੈਂਟਸ ਜਿਹੜੇ ਅਪਲਾਈ ਕਰਨਗੇ ਉਹਨਾਂ ਦੀ ਫੀਸ ਵੀ ਅਸੀਂ ਵਾਪਸ ਕਰ ਦਾਂਗੇ, ਜਿਹੜੀ ਅਪਲਾਈ ਕਰਨ ਵਾਲੀ ਫੀਸ ਹੈ। ਬਟ ਉਹਦੇ ਬਾਵਜੂਦ ਜਿੰਨੀ ਅਗਰੈਸ਼ਨ ਇਹਨਾਂ ਦੀ ਕਮਿਊਨੀਕੇਸ਼ਨ ਵਿੱਚ ਸੀ, ਉਸ ਹਿਸਾਬ ਨਾਲ ਵੀ ਹਾਲੇ ਸਟੂਡੈਂਟਸ ਲਏ ਨਹੀਂ ਇਹਨਾਂ ਨੇ। ਸੋ ਉਹ ਜਿਹੜਾ ਕਮੀ ਪੂਰੀ ਕਰਨੀ ਸੀ ਉਹ ਹਾਲੇ ਤੱਕ ਕਰ ਨਹੀਂ ਸਕੇ।
ਸੋ ਸਟੂਡੈਂਟਸ ਰਾਹੀਂ ਉਹ ਕਮੀ ਪੂਰੀ ਨਹੀਂ ਹੋ ਸਕੀ ਬਿਕਾਜ਼ ਸਟੂਡੈਂਟਸ ਦੇ ਉੱਪਰ ਕੰਪਰੋਮਾਈਜ਼ ਹੀ ਹੈ ਨਹੀਂ। ਅੱਜ ਵੀ ਇੱਕ ਸਟੂਡੈਂਟ ਅਪਲਾਈ ਕਰਦਾ ਹੈ ਅਗਰ ਜੀ ਜੀ 19 ਪਾਸ ਹੈ 20 ਪਾਸ ਹੈ ਕੋਵਿਡ ਤੋਂ ਪਹਿਲਾਂ ਦਾ ਪਾਸ ਹੈ ਤੇ ਉਹਨੂੰ ਵੀਜ਼ਾ ਲੈਣਾ ਕੋਈ ਸੌਖੀ ਚੀਜ਼ ਨਹੀਂ ਹੈ। ਆਸਟ੍ਰੇਲੀਆ ਜਿਹੜੇ ਫਰੈਸ਼ ਪਾਸ ਆਊਟ ਆ ਇਹਨਾਂ ਸਾਲਾਂ ਦੇ ਪਾਸ ਆਊਟ ਨਵੇਂ 21-22 ਵਾਲੇ ਪਾਸ ਆਊਟ ਆ ਸਿਰਫ ਇਹਨਾਂ ਦੇ ਵੀਜ਼ਾਸ ਪ੍ਰੋਸੈਸ ਕਰ ਰਿਹਾ। ਸੋ ਆਸਟ੍ਰੇਲੀਆ ਦੇ ਜਿਹੜਾ ਕੰਮ ਸਟੂਡੈਂਟਸ ਤੋਂ ਐਕਸਪੈਕਟਡ ਸੀ ਕਿ ਇਹ ਖਿੱਚਣਗੇ ਉਹ ਸਟੂਡੈਂਟਸ ਖਿੱਚ ਨਹੀਂ ਸਕੇ। ਸੋ ਇਸੇ ਕਰਕੇ ਆਸਟ੍ਰੇਲੀਆ ਨੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਵਿੱਚ ਤਬਦੀਲੀ ਕੀਤੀ ਹੈ। ਸੋ ਉਹਨੂੰ ਇਮੀਗ੍ਰੈਂਟਸ ਚਾਹੀਦੇ ਨੇ ਔਰ ਯੈਸ ਇਮੀਗ੍ਰੇਸ਼ਨ ਸਾਹ ਆ ਉਹਨਾਂ ਦੀ ਇਕਨੋਮੀ ਦੇ ਲਈ ਇਮੀਗ੍ਰੈਂਟਸ ਆਉਣਗੇ ਤੇ ਮੁਲਕ ਵਧੇਗਾ, ਮੁਲਕ ਅੱਗੇ ਚੱਲੇਗਾ। ਸੋ ਇਸੇ ਕਰਕੇ ਆਸਟ੍ਰੇਲੀਆ ਨੇ ਆਪਣੀ ਪਾਲਿਸੀ ਬਦਲੀ ਹੈ ਔਰ ਆਸਟ੍ਰੇਲੀਆ ਸਭ ਤੋਂ ਪਹਿਲੇ ਇਮੀਗ੍ਰੈਂਟ ਮੁਲਕਾਂ ਦੇ ਵਿੱਚੋਂ ਆ। ਸੋ ਸਭ ਤੋਂ ਪਹਿਲਾਂ ਜਿਹੜੀ PR ਸਭ ਤੋਂ ਸੌਖੀ ਕੀਤੀ ਸੀ, ਜਿਹੜਾ ਸੌਖਾ ਰੂਪ ਬਣਾਇਆ ਸੀ, ਜਿਨ੍ਹਾਂ ਪਾਲਿਸੀਜ਼ ਨੂੰ ਬਾਅਦ ਵਿੱਚ ਅਲੱਗ-ਅਲੱਗ ਮੁਲਕਾਂ ਨੇ ਅਡਾਪਟ ਕੀਤਾ, ਈਵਨ ਕੈਨੇਡਾ ਨੇ ਵੀ ਕੀਤਾ। ਸੋ ਕੈਨੇਡਾ ਨੇ ਬਹੁਤ ਸਾਰਾ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਸਮਾਨ ਹੈ ਬੇਸਿਕਲੀ ਸਮਝੋ ਜਾਂ ਸਟੂਡੈਂਟ ਵੀਜ਼ਾ ਦੀ ਪ੍ਰੋਸੈਸਿੰਗ ਦਾ, ਉਹ ਕੁਝ ਆਸਟ੍ਰੇਲੀਆ ਤੋਂ ਚੱਕਿਆ, ਕੁਝ ਨਿਊਜ਼ੀਲੈਂਡ ਤੋਂ ਚੱਕਿਆ, ਕੰਬਾਈਨ ਕੀਤਾ। ਹਾਂ ਕੰਬਾਈਨ ਕੀਤਾ। ਸੋ ਪਾਲਿਸੀਜ਼ ਉਹਨਾਂ ਨੇ ਨਵੇਂ ਤਰੀਕੇ ਦੀਆਂ ਬਣਾਈਆਂ। ਸੋ ਖੈਰ ਅਲਟੀਮੇਟਲੀ ਸਟੂਡੈਂਟਸ ਹਰ ਮੁਲਕ ਦੀ ਜ਼ਰੂਰਤ ਹੈ, ਇਮੀਗ੍ਰੈਂਟ ਇਹਨਾਂ ਸਾਰੇ ਮੁਲਕਾਂ ਦੀ ਜ਼ਰੂਰਤ ਹੈ। ਇਮੀਗ੍ਰੈਂਟਸ ਜਾਣਗੇ ਤੇ ਇਹ ਮੁਲਕ ਸਾਹ ਲੈਣਗੇ। ਦੇਖੋ ਸਾਰਾ ਕੁਝ ਦਾਰੋਮਦਾਰ ਇਹੀ ਹੈ ਕਿ ਟ੍ਰੇਡ ਹੈ ਵੀ ਇੱਕ ਤਰ੍ਹਾਂ ਦਾ ਔਰ ਬਿਜ਼ਨਸ ਹੈ ਔਰ ਤੁਸੀਂ ਪੈਸਾ ਕਿਵੇਂ ਖਿੱਚਣਾ ਆਪਣੀ ਇਕਨੋਮੀ ਨੂੰ ਸਟਰੋਂਗ ਕਰਨ ਵਾਸਤੇ ਸਿੰਪਲ ਇਹੀ ਮੈਥਡਸ ਨੇ ਉਹਨਾਂ ਦੇ ਔਰ ਉਸ ਦੇ ਹਿਸਾਬ ਨਾਲ ਹੀ ਉਹ ਪ੍ਰਾਇੋਰਟੀਜ਼ ਦਿੰਦੇ ਨੇ, ਉਸ ਦੇ ਹਿਸਾਬ ਨਾਲ ਹੀ ਉਹ ਰੋਕ ਦਿੰਦੇ ਨੇ ਵੀਜ਼ਾ, ਸਭ ਕੁਝ ਉਸੇ ਹਿਸਾਬ ਨਾਲ ਚੱਲਦਾ ਹੈ। ਸਟੂਡੈਂਟ ਤੇ ਆਲਮੋਸਟ ਸਾਰੇ ਕੰਟਰੀਜ਼ ਲਈ ਪ੍ਰਾਇੋਰਟੀ ਹੈ। ਸਾਡੇ ਸਟੂਡੈਂਟਸ ਇੱਥੇ ਰੋਲ ਰਹੇ ਨੇ ਬੇਸਿਕਲੀ। ਹੁਣ ਸਾਡੇ ਈਵਨ ਸਾਡੇ ਇੰਸਟੀਟਿਊਸ਼ਨ, ਸਾਡੇ ਕਾਲਜ, ਸਾਡੀਆਂ ਯੂਨੀਵਰਸਿਟੀ, ਇਹਨਾਂ 'ਚ ਸਟੂਡੈਂਟਸ ਦੀ ਕਮੀ ਹੋ ਗਈ। ਤੁਸੀਂ 8-10 ਸਾਲ ਬਾਅਦ ਵੇਖਿਓ ਤੈਨੂੰ ਇੱਥੇ ਜਿਹੜੇ ਸਟੂਡੈਂਟਸ ਪੜ੍ਹ ਰਹੇ ਉਹਨਾਂ ਦੀਆਂ ਸ਼ਕਲਾਂ ਅਲੱਗ-ਅਲੱਗ ਤਰ੍ਹਾਂ ਦੀਆਂ ਹੋਣਗੀਆਂ। ਸੋ ਸਾਡੇ ਬਹੁਤ ਸਾਰੀਆਂ ਹੋ ਸਕਦਾ ਅਸੀਂ ਵੀ ਈਵਨ ਸਾਊਥ ਏਸ਼ੀਆ ਦੇ ਵਿੱਚੋਂ ਜਾਂ ਜਿਹੜੇ ਅਫਰੀਕਨ ਕੰਟੀਨੈਂਟ ਆ ਉਹਦੇ ਵਿੱਚੋਂ ਜਿਹੜੇ ਸਟੂਡੈਂਟਸ ਆ ਜਾਂ ਜਿਹੜੇ ਕੈਰੇਬੀਅਨਸ ਆ, ਜਿਹੜੇ ਸਾਊਥ ਅਮਰੀਕਨ ਕੰਟਰੀਜ਼ ਆ, ਸੋ ਪੂਰੇ ਇਕਨੋਮੀ ਵਾਲੇ ਸਟੂਡੈਂਟਸ ਨੂੰ ਇੰਡੀਆ ਵੀ ਲਿਓਰ ਕਰ ਰਿਹਾ। ਖੈਰ ਹਾਲੇ ਸਾਡੇ ਰਿਸੋਰਸਿਸ ਇੰਨੇ ਰਿਚ ਨਹੀਂ ਹੋਏ ਕਿ ਉਹ ਸਾਰੇ ਸਟੂਡੈਂਟਸ ਲਿਓਰ ਹੋ ਕੇ ਆਉਣ, ਬਟ ਸਟੂਡੈਂਟਸ ਆਉਣੇ ਸ਼ੁਰੂ ਹੋਏ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਸਟੂਡੈਂਟ ਯੂਨੀਵਰਸਿਟੀ ਸਾਡੇ ਸਟੂਡੈਂਟਸ ਦੇ ਘੱਟ ਦਿਸਣਗੇ, ਬਾਹਰਲੇ ਸਟੂਡੈਂਟ ਜ਼ਿਆਦਾ ਦਿਸਣ ਲੱਗ ਪੈਣਗੇ। ਸੋ ਇੱਕ ਹੋਰ ਨਿਊਜ਼ ਹੈ ਕਿ ਡੋਂਕੀ ਲਗਾ ਕੇ ਪਹੁੰਚ ਗਏ ਨੇ ਕੈਨੇਡਾ ਤੋਂ ਅਮਰੀਕਾ ਔਰ ਫੜੇ ਗਏ ਨੇ ਬਾਰਡਰ ਦੇ ਉੱਤੇ। ਜੱਜ ਸਾਹਿਬ ਕੋਲ ਪੇਸ਼ ਕੀਤਾ ਗਿਆ ਤੇ ਆਇਲਸ 'ਚੋਂ ਉਹਨਾਂ ਦੇ 6.5 ਬੈਂਡਸ ਨੇ ਪਰ ਉਹਨਾਂ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਔਰ ਜੱਜ ਸਾਹਿਬ ਕਹਿੰਦੇ ਨੇ ਕਿ ਜੋ ਅਮਰੀਕਾ ਦੇ ਜੱਜ ਸਾਹਿਬ ਨੇ ਕਿ ਕਿੱਦਾਂ ਦੀ ਆਇਲਸ ਤੁਸੀਂ ਕਰਕੇ ਆਏ ਹੋ, ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ, ਤੁਹਾਡਾ ਜਨਰਲ ਨੌਲੇਜ ਨਹੀਂ ਪਤਾ, ਇਹ ਕਿਸ ਲੈਵਲ ਦੀ ਹੈ। ਖੈਰ ਆਪਾਂ ਨੂੰ ਇਹ ਮੁੱਦਾ ਇਸ ਤਰ੍ਹਾਂ ਚੁੱਕਣਾ ਚਾਹੀਦਾ ਕਿ ਇੰਡੀਆ ਦੇ ਵਿੱਚ ਜਿਹੜੇ ਜਾਂ ਪੰਜਾਬ ਦੇ ਜਿਹੜੇ ਆਇਲਸ ਕਰਵਾ ਰਹੇ ਨੇ ਉਹਨਾਂ ਦਾ ਕੀ ਸਟੈਂਡਰਡ ਹੈ, ਸਬ ਸਟੈਂਡਰਡ ਨੇ ਜਾਂ ਕੋਈ ਸਟੈਂਡਰਡ ਵਾਲਾ ਹੈ, ਬਾਕੀ ਐਵੇਂ ਖੁੱਲੇ ਹੋਏ ਨੇ। ਸੋ ਇਹਦੇ ਉੱਤੇ ਕੁਐਸਚਨ ਮਾਰਕ ਲੱਗਦਾ ਕਿ ਇੱਥੋਂ ਵਿਦੇਸ਼ਾਂ 'ਚ ਜਾਣ ਵਾਸਤੇ ਬੱਚੇ ਪੜ੍ਹਦੇ ਨੇ ਔਰ ਖੂਬ ਫੀਸ ਦਿੰਦੇ ਨੇ ਔਰ ਆਇਲਸ ਕਰਕੇ ਅਸੀਂ ਜਾ ਰਹੇ ਹਾਂ ਔਰ ਬੈਂਡਸ ਵੀ 6.5 ਨੇ ਤੇ ਉੱਥੇ ਅਸੀਂ ਕਮਿਊਨੀਕੇਟ ਵੀ ਨਹੀਂ ਕਰ ਸਕਦੇ ਪਏ। ਇਹ ਕਿਸ ਲੈਵਲ ਦੀ ਸਟੱਡੀ ਹੋ ਰਹੀ ਹੈ ਔਰ ਅਸੀਂ ਕਿਸ ਤਰ੍ਹਾਂ ਉੱਥੇ ਸਰਵਾਈਵ ਕਰ ਸਕਦੇ ਹਾਂ? ਦੇਖੋ ਸੰਜੀਵ ਜੀ, ਕੈਨੇਡਾ ਦੀ ਬੇਸਿਕ ਜਿਹੜੀ ਪਾਲਿਸੀ ਹੈ ਨਾ, ਕੈਨੇਡਾ ਬੱਚੇ ਨੂੰ ਇੰਟਰਵਿਊ ਨਹੀਂ ਕਰਦਾ। ਕੈਨੇਡਾ ਇਕੱਲਾ ਕਾਗਜ਼ਾਂ ਦੇ ਆਧਾਰ ਤੇ ਵੀਜ਼ਾ ਦਿੰਦਾ ਹੈ। ਕੈਨੇਡਾ ਨੇ ਤੁਹਾਡੇ ਨੰਬਰ ਵੇਖਣੇ ਆ, ਸਰਟੀਫਿਕੇਟ ਵੇਖਣੇ ਆ, ਆਈਲੈਟਸ ਦਾ ਸਕੋਰ ਵੇਖਣਾ, ਪਾਸਪੋਰਟ ਵੇਖਣਾ ਤੇ ਵੀਜ਼ਾ ਦੇ ਦੇਣਾ ਹੈ। ਸੋ ਇਸੇ ਚੀਜ਼ ਦਾ ਫਾਇਦਾ ਲੈ ਕੇ ਮਾਫੀਆ ਬਹੁਤ ਰੂਪ ਵਿੱਚ ਆ, ਮਾਫੀਆ ਤਰ੍ਹਾਂ ਦੇ ਰੋਲ ਵਿੱਚ ਹੈ। ਸੋ ਇਹ ਮਾਫੀਆ ਵਾਲੇ ਲੋਕ ਤਕਰੀਬਨ ਪੁੱਠੇ ਦੇ ਤਰੀਕੇ ਲਾ ਕੇ ਜਾਲਸਾਜ਼ੀ ਕਰਕੇ ਕੋਈ ਬੱਚਿਆਂ ਦੇ ਸਰਟੀਫਿਕੇਟਸ ਤਿਆਰ ਕੀਤੇ, ਪੇਪਰ ਦਿੱਤੇ ਜਾਂ ਨਹੀਂ ਦਿੱਤੇ। ਸੋ ਓਬਵੀਅਸਲੀ ਕੈਨੇਡਾ ਤੇ ਪਹੁੰਚ ਜਾਣਾ ਸੌਖਾ ਸੀਗਾ ਬਿਕੋਜ਼ ਕੈਨੇਡਾ ਟੋਟਲ ਉਹ ਪ੍ਰੋਸੈਸ ਆ ਜਿਹਦੇ ਵਿੱਚ ਕਿ ਸਿੱਧਾ ਕਾਗਜ਼ਾਂ ਦੇ ਆਧਾਰ ਦੇ ਉੱਪਰ ਵੀਜ਼ਾ ਆ। ਹੁਣ ਅਮਰੀਕਾ ਦੇ ਵਿੱਚ ਅਮਰੀਕਾ ਦੇ ਸਟੂਡੈਂਟਸ ਨੇ ਸਿੱਧਾ ਜਾਣਾ ਹੋਵੇ ਤਾਂ ਅਮਰੀਕਾ ਐਮਬੈਸੀ ਬਹੁਤ ਸੌਖੇ ਵੀਜ਼ਾ ਦਿੰਦੀ ਹੈ, ਬਟ ਸ਼ਰਤ ਇਹੀ ਹੈ ਕਿ ਆਈਲੈਟਸ ਵੀ ਨਹੀਂ ਚਾਹੀਦਾ ਹੁੰਦਾ। ਸ਼ਰਤ ਇੱਕ ਆ ਕਿ ਸਟੂਡੈਂਟ ਨੂੰ ਅੰਗਰੇਜ਼ੀ 'ਚ ਗੱਲਬਾਤ ਕਰਨੀ ਪੈਂਦੀ ਹੈ। ਸ਼ੋਰ ਵੀਜ਼ਾ ਆਫਿਸਰ ਨਾਲ ਤੁਹਾਡੀ ਕਮਿਊਨੀਕੇਸ਼ਨ ਉਹ ਇੰਗਲਿਸ਼ ਦੇ ਵਿੱਚ ਹੋਣੀ ਹੈ। ਅਗਰ ਤੁਸੀਂ ਕਮਿਊਨੀਕੇਟ ਕਰ ਲਿਆ ਤਾਂ ਤੁਹਾਡਾ ਵੀਜ਼ਾ ਆ। ਸੋ ਜਿਹੜੇ ਸਟੂਡੈਂਟ ਨਹੀਂ ਕਮਿਊਨੀਕੇਟ ਕਰ ਸਕਦੇ, ਜਿਹੜੇ ਅੰਗਰੇਜ਼ੀ ਨਹੀਂ ਬੋਲ ਸਕਦੇ, ਉਹ ਖੈਰ ਇਸ ਪਾਸਿਓ ਗਏ ਆ। ਸੋ ਅੱਜ ਵੀ ਇਸ ਚੀਜ਼ ਤੋਂ ਅਸੀਂ ਹਾਲੇ ਤੱਕ ਅਮਰੀਕਾ ਤੋਂ ਕੈਨੇਡਾ ਬੱਚੇ ਜਾਂਦੇ ਨਹੀਂ ਵੇਖੇ, ਬਟ ਕੈਨੇਡਾ ਤੋਂ ਅਮਰੀਕਾ ਅਸੀਂ ਜਾਂਦੇ 2-3 ਕੇਸ ਸੁਣੇ। ਇੱਕ ਫੈਮਿਲੀ ਸੀ ਗੁਜਰਾਤ ਦੀ ਜਿਹੜੀ ਉਹ ਦੇ ਵਰ ਫਰੋਜ਼ਨ ਟੂ ਡੈਥ, ਹੈ ਨਾ, ਕਿ ਉਹ ਜੰਮ ਗਈ ਸੀ ਬਰਫ਼ ਤੇ ਖੁੱਲ੍ਹੇ ਮੌਸਮ ਦੇ ਵਿੱਚ, ਉਹਨਾਂ ਦੀ ਡੈਥ ਹੋਈ ਹੈ ਪੂਰੀ ਫੈਮਿਲੀ ਦੀ। ਔਰ ਇਹ ਵੀ ਮੌਕਾ ਹੈ। ਸੋ ਇੱਦਾਂ ਦੇ ਹਜ਼ਾਰਾਂ ਮੌਕੇ ਨੇ ਕਿ ਕੈਨੇਡਾ ਤੋਂ ਸਟੂਡੈਂਟ ਅਮਰੀਕਾ ਨੂੰ ਭੱਜਦੇ ਆ। ਪਰ ਤੁਸੀਂ ਪੰਜਾਬ ਦੇ ਕਿਸੇ ਸਟੂਡੈਂਟ ਨੂੰ ਪੁੱਛੋ ਕਿ ਬਾਈ ਜੀ ਅਮਰੀਕਾ ਜਾਣਾ, ਉਹ ਕਹਿਣਗੇ ਨਹੀਂ ਜੀ ਨਹੀਂ, ਅਮਰੀਕਾ ਤੇ ਮੈਂ ਜਾਣਾ ਨਹੀਂ, ਅਮਰੀਕਾ ਮੈਨੂੰ ਪਸੰਦ ਨਹੀਂ। ਔਰ ਇੱਥੋਂ ਹਰ ਪੰਜਾਬੀ ਦੀ ਪਹਿਲੀ ਪਸੰਦ ਕੈਨੇਡਾ ਆ। ਸੋ ਕੈਨੇਡਾ ਤਾਂ ਪਸੰਦ ਹੈ ਸ਼ਾਇਦ ਕਿ ਸਾਨੂੰ ਉੱਥੇ ਜਾ ਕੇ ਇੰਟਰਵਿਊ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਔਰ ਕਾਗਜ਼ੀ ਕਾਰਵਾਈ ਹੈ ਸਾਰੀ। ਬਟ ਬਾਈ ਡਿਫਾਲਟ ਹਰ ਇੱਕ ਬੱਚੇ ਨੂੰ ਲੱਗਦਾ ਕਿ ਅਮਰੀਕਾ ਵੀਜ਼ਾ ਦਿੰਦਾ ਨਹੀਂ ਆ, ਕੈਨੇਡਾ ਬਹੁਤ ਜ਼ਿਆਦਾ ਵੀਜ਼ਾ ਦਿੰਦਾ।
ਅਮਰੀਕਾ ਬਹੁਤ ਖੁੱਲ੍ਹ ਕੇ ਵੀਜ਼ਾਸ ਦਿੰਦਾ ਹੈ। ਅਮਰੀਕਾ ਦੇ ਵਿੱਚ ਪੂਰੇ ਕੋਵਿਡ ਦੇ ਵਿੱਚ ਕੱਲੀ ਸਟੂਡੈਂਟ ਨੂੰ ਪ੍ਰੋਸੈਸ ਕਰਦੇ ਰਹੇ ਆ, ਔਰ ਅਸੀਂ ਸਮੇਂ-ਸਮੇਂ ਤੇ ਅਪਡੇਟ ਵੀ ਕੀਤਾ ਹੈ। ਸੋ ਅਮਰੀਕਾ ਨੇ ਐਮਬੈਸੀ ਨੇ ਹੁਣ ਜਿਹੜੀਆਂ ਟੂਰਿਸਟ ਦੀਆਂ ਅਪਾਇੰਟਮੈਂਟਸ ਵੀ ਖੋਲ੍ਹਤੀਆਂ ਆ। ਸੋ ਇਸ ਟਾਈਮ ਸਟੂਡੈਂਟਸ ਦੀਆਂ ਅਪਾਇੰਟਮੈਂਟਸ ਵੀ ਆ। ਇਮੀਗ੍ਰੈਂਟ ਦੇ ਜਿਹੜੇ ਕੇਸ ਸੀਗੇ, ਜਿਹੜੇ ਸਾਡੇ F4 ਵਾਲੇ ਜਿੰਨੇ ਵੀ ਆ, ਸੋ ਉਹ ਸਾਰੀਆਂ ਇਮੀਗ੍ਰੇਸ਼ਨ ਦੇ ਤਰੀਕਾਂ ਵੀ ਕੰਟੀਨਿਊਸਲੀ ਆ ਰਹੀਆਂ। ਸੋ ਐਮਬੈਸੀ ਇਸ ਟਾਈਮ ਤਕਰੀਬਨ 1 ਸਤੰਬਰ ਤੋਂ ਫੁੱਲ ਵਰਕਿੰਗ ਦੇ ਉੱਪਰ ਆ ਰਹੀ ਹੈ, 100% ਵਰਕਿੰਗ ਦੇ ਉੱਪਰ ਆ ਰਹੀ ਹੈ। ਸੋ ਐਮਬੈਸੀ, ਅਗਰ ਤੁਸੀਂ ਅਮਰੀਕਾ ਜਾਣਾ, ਅਮਰੀਕਾ ਸਿੱਧੇ ਰਸਤੇ ਨਾ ਜਾਓ, ਬਿਕੋਜ਼ ਪੁੱਠੇ ਸਿੱਧੇ ਕਾਗਜ਼ਾਂ ਦੇ ਬਹੁਤ ਮਸਲੇ ਨੇ, ਔਰ ਸਟੂਡੈਂਟ ਇੱਕ ਵਾਰੀ ਫੜਿਆ ਜਾਵੇ ਸਾਰੀ ਉਮਰ ਲਈ ਤਾਲਾ ਲੱਗ ਜਾਂਦਾ ਹੈ। ਸੋ ਇੱਕ ਵਾਰੀ ਤੁਸੀਂ ਕਿਸੇ ਮੁਲਕ ਦੇ ਵਿੱਚ ਜਾਲੀ ਕਾਗਜ਼ਾਂ ਨਾਲ ਚਲ ਗਏ, ਸੋ ਤੁਹਾਡੇ ਨਾਲ ਜਿੰਨੇ ਲੋਕ ਵੀ ਐਸੋਸੀਏਟਡ ਨੇ ਉਹ ਵੀ ਸਾਰੇ ਸਵਾਲਾਂ ਦੇ ਘੇਰੇ 'ਚ ਆ ਜਾਂਦੇ ਆ। ਕੱਲ੍ਹ ਨੂੰ ਤੁਹਾਡੀ ਫੈਮਿਲੀ ਨੇ, ਤੁਹਾਡੇ ਬੱਚਿਆਂ ਨੇ ਅਪਲਾਈ ਕਰਨੇ, ਤੁਹਾਡੇ ਰਿਕਾਰਡ ਨਿਕਲ ਕੇ ਸਾਹਮਣੇ ਆਉਂਦੇ ਆ। ਸੋ ਜਿਹੜਾ ਸਿੱਧੇ ਹੱਥ ਨਾਲ ਚੀਜ਼ਾਂ ਮਿਲਦੀਆਂ ਨੇ, ਮਿਹਨਤ ਕਰਕੇ ਨਾਰਮਲ ਤਰੀਕੇ ਨਾਲ ਜਿਹੜੇ ਐਮਬੈਸੀ ਜਾ ਕੇ ਵੀਜ਼ਾ ਲੈ ਲੈਣੇ, ਉਹਦੇ ਨਾਲ ਦੀ ਕੋਈ ਰੀਸ ਨਹੀਂ ਆ। ਔਰ ਅਮਰੀਕਾ ਬਹੁਤ ਵਧੀਆ ਵੀਜ਼ਾ ਦਿੰਦਾ। ਅਮਰੀਕਾ 'ਚ ਜਿੰਨੇ ਮਰਜ਼ੀ ਸਟੂਡੈਂਟ ਅਪਲਾਈ ਕਰ ਲੈਣ, ਅਮਰੀਕਾ ਨੇ ਇੱਦਾਂ ਦਾ ਸ਼ਾਨਦਾਰ ਸਿਸਟਮ ਬਣਾਇਆ ਪਿਆ। ਔਰ ਅਮਰੀਕਾ ਦੇ ਵਿੱਚ ਜਿਹੜੀਆਂ ਸਟੂਡੈਂਟ ਦੇ ਸਲੋਟਸ ਇਸ ਟਾਈਮ ਮੈਕਸੀਮਮ ਨੇ। ਸੋ ਕੈਨੇਡਾ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਵੀ ਕੈਨੇਡਾ 'ਚ ਅਗਰ ਸਕਸੈਸ ਰੇਟ ਤੁਹਾਨੂੰ ਲੱਗਦਾ ਘਟਿਆ ਆ, ਕੈਨੇਡਾ 'ਚ ਤੁਹਾਨੂੰ ਬਾਰ-ਬਾਰ ਰਿਫਿਊਜ਼ ਹੋ ਰਹੇ ਹੋ, ਤੇ ਤੁਸੀਂ US ਜਾਓ। US ਦੇ ਵੀਜ਼ੇ ਉਸ ਤੋਂ ਬਿਹਤਰ ਨੇ। ਸੋ US ਵਿੱਚ ਜਾ ਕੇ ਸੈਟਲਮੈਂਟਸ ਦਾ ਕੋਈ ਮਸਲਾ ਨਹੀਂ ਹੈਗਾ। US ਦੇ ਵਿੱਚ ਸ਼ੁਰੂ 'ਚ 5 ਸਾਲ ਦਾ ਵੀਜ਼ਾ ਮਿਲ ਜਾਂਦਾ ਆ। ਸੋ ਪੁੱਠੇ ਦੇ ਤਰੀਕੇ ਕਰੀ ਜਾਵਾਂਗੇ, ਪੁੱਠੇ ਦੇ ਕਾਗਜ਼ ਲਾਈ ਜਾਵਾਂਗੇ, ਕੱਲ ਨੂੰ ਆਪਣੇ ਪ੍ਰੋਫਾਈਲਸ ਤੁਸੀਂ ਮਾੜੇ ਕਰ ਰਹੇ ਹੋ। ਔਰ ਇੱਕ ਵਾਰੀ ਕਿਸੇ ਐਮਬੈਸੀ ਦੇ ਵਿੱਚ ਤੁਹਾਡਾ ਇੱਕ ਪ੍ਰੋਫਾਈਲ, ਚਾਹੇ ਤੁਸੀਂ ਕੱਲ ਨੂੰ ਕਹੋ ਜੀ ਮੈਂ ਨਹੀਂ ਲਾਇਆ ਜੀ, ਏਜੰਟ ਨੇ ਲਾਇਆ ਸੀ, ਸੋ ਐਪਲੀਕੇਸ਼ਨ ਹਰ ਤੁਹਾਡੇ ਵੱਲੋਂ ਲੱਗਦੀ ਹੈ। ਸੋ ਇਹ ਭੁੱਲ ਜਾਓ ਕਿ ਤੁਸੀਂ ਕਿਸੇ ਨੂੰ ਕਾਗਜ਼ ਦਿੱਤੇ, ਕਿਸੇ ਨੂੰ ਪਾਸਪੋਰਟ ਦਿੱਤਾ, ਉਹਨੇ ਜਾਲਸਾਜ਼ੀ ਕੀਤੀ ਹੈ। ਇਹ ਜਾਲਸਾਜ਼ੀ ਤੁਸੀਂ ਕੀਤੀ ਹੋਈ ਹੈ, ਤੁਹਾਡੇ ਨਾਮ ਤੇ ਜਾ ਰਹੀ ਹੈ, ਤੁਹਾਡੇ ਨਾਮ ਦੀ ਐਪਲੀਕੇਸ਼ਨ ਆ। ਸੋ ਕਿਸੇ ਏਜੰਟ ਦਾ ਵਿੱਚ ਕੋਈ ਰੈਕੋਰਡ ਨਹੀਂ ਆਉਂਦਾ, ਕਿਸੇ ਐਮਬੈਸੀ ਕੋਈ ਨਹੀਂ ਪੁੱਛਦੀ ਕਿ ਏਜੰਟ ਕੌਣ ਸੀ। ਸੋ ਜਿਹਦੇ ਨਾਮ ਤੇ ਜਾਲਸਾਜ਼ੀ ਹੋ ਰਹੀ ਆ ਉਹੀ ਕ੍ਰਿਮੀਨਲ ਆ। ਸੋ ਤੁਹਾਡਾ ਸਾਰੀ ਉਮਰ ਲਈ ਰਸਤਾ ਬੰਦ ਹੋ ਜਾਊਗਾ। ਇਸ ਕਰਕੇ ਪੁੱਠੇ ਦੇ ਰਸਤੇ ਛੱਡ ਦਿਓ। ਸੋ ਨਾਰਮਲ ਤਰੀਕੇ ਨਾਲ ਐਮਬੈਸੀ ਜਾਓ। ਅੰਗਰੇਜ਼ੀ ਆਈਲੈਟਸ ਬਹੁਤ ਜ਼ਿਆਦਾ ਔਖੀ ਨਹੀਂ ਹੈਗੀ। ਸਾਡੇ ਇਸ ਟਾਈਮ ਸਭ ਤੋਂ ਵਧੀਆ ਸਪੀਕਰਸ ਆਫ ਇੰਗਲਿਸ਼ ਜਿਹੜੇ ਉਹ ਸਾਡੇ ਪੰਜਾਬੀ ਨੇ। ਇਸ ਟਾਈਮ ਸਭ ਤੋਂ ਮਤਲਬ ਅੱਗੇ ਸਾਨੂੰ ਮੈਨੂੰ 22-23 ਸਾਲ ਹੋ ਗਏ ਆਪਣੇ ਕਰੀਅਰ ਦੇ ਵਿੱਚ। ਇੱਕ ਸਟੂਡੈਂਟ ਦਾ ਨਾ 6 ਬੈਂਡ ਵੀਜ਼ਾ, 6 ਬੈਂਡ ਵੇਖਣ ਨੂੰ ਤਰਸੀਦਾ ਸੀ। ਹੁਣ ਆਮ ਬੱਚਾ 7-7.5 ਬੈਂਡ ਵਾਲਾ ਹੁੰਦਾ ਆ। ਸੋ ਕੋਈ ਲਿਆਕਤ ਦੀ ਕਮੀ ਨਹੀਂ ਆ, ਕੋਈ ਸਕੂਲਾਂ ਦੀ ਕਮੀ ਨਹੀਂ ਆ, ਕੋਈ ਲੈਂਗੁਏਜ ਦੀ ਕਮੀ ਨਹੀਂ ਆ। ਸਿਰਫ ਸਾਡੀ ਹੈਜ਼ੀਟੇਸ਼ਨ ਹੈ। ਅਗਰ ਅਸੀਂ ਨਹੀਂ ਪੜ੍ਹੇ ਤਾਂ ਅਸੀਂ ਘੱਟ ਰਹਿ ਗਏ, ਪੜ੍ਹਾਂਗੇ ਤਾਂ ਯੈਸ ਅਸੀਂ ਵੀ ਕਰ ਜਾਵਾਂਗੇ, ਔਰ ਸਿੱਧੇ ਤਰੀਕੇ ਨਾਲ ਜਾਵਾਂਗੇ। ਜਾ ਕੇ ਕੈਨੇਡਾ ਸੈੱਟ ਹੋ, ਅਮਰੀਕਾ ਸੈੱਟ ਹੋ, ਵਿਲਾਇਤ ਸੈੱਟ ਹੋ, ਜਿੱਥੇ ਤੁਹਾਡਾ ਜੀ ਕਰਦਾ ਉੱਥੇ ਜਾ ਕੇ ਸੈੱਟ ਹੋਵੋ। ਸੋ ਅਰਵਿੰਦਰ ਜੀ, ਤੁਸੀਂ ਇਹ ਗੱਲ ਤੇ ਬਿਲਕੁਲ ਕਰ ਦਿੱਤੀ ਕਲੀਅਰ। ਹੁਣ ਇੱਕ ਨਿਊਜ਼, ਇੱਕ ਇਮੀਗ੍ਰੇਸ਼ਨ ਵਾਲੇ ਵਕੀਲ ਸਾਹਿਬ ਬਲਰਾਜ ਸਿੰਘ ਭੱਟੀ ਜੀ, ਔਰ 2 ਸਾਲ ਪਹਿਲਾਂ ਉਹਨਾਂ ਨੂੰ ਮਤਲਬ ਉਹਨਾਂ ਦੇ ਉੱਤੇ ਦੋਸ਼ ਲੱਗੇ ਸੀ, ਉਹ ਪ੍ਰੂਵ ਹੋ ਗਏ ਨੇ, ਔਰ ਉਹ ਹੁਣ ਬਿਹਾਈਂਡ ਬਾਰਸ ਨੇ, ਉਹਨਾਂ ਨੂੰ ਜੇਲ੍ਹ ਕਰ ਦਿੱਤੀ ਗਈ ਹੈ। ਔਰ ਉਹਨਾਂ ਦੇ ਉੱਤੇ ਵੀ ਇਹੀ ਚਾਰਜ ਸੀ ਕਿ ਉਹਨਾਂ ਨੇ ਜਾਲੀ ਸਰਟੀਫਿਕੇਟਸ ਐਂਡ ਆਲ ਦੈਟ ਇਹ ਸਭ ਕਰਵਾਇਆ, ਔਰ ਪੱਕੇ ਕਰਵਾਏ ਕੈਨੇਡਾ ਦੇ ਵਿੱਚ ਕਈ ਲੋਕ। ਔਰ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋ ਜਦੋਂ ਗਵਰਨਮੈਂਟ ਨੂੰ ਲੱਗਾ ਪਤਾ ਕਿ ਉਹਨਾਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ, ਉਹਨਾਂ ਨੂੰ ਹੁਣ ਜੇਲ੍ਹ 'ਚ ਪਾ ਦਿੱਤਾ ਗਿਆ। 2 ਸਾਲ ਕੇਸ ਚੱਲਦਾ ਰਿਹਾ। ਸੋ ਇਸ ਤਰ੍ਹਾਂ ਦੇ ਕੇਸਿਸ, ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਪਤਾ ਸਾਹਮਣੇ ਆਉਂਦੀਆਂ ਨੇ। ਔਰ ਜਾਲੀ ਪੇਪਰਾਂ ਵਾਲੇ ਬਹੁਤ ਕੇਸਿਸ ਨੇ। ਯੈਸ, ਔਰ ਕਈ ਵਾਰ ਕਹਿੰਦੇ ਨੇ ਕਿ ਜਦੋਂ ਵੀਜ਼ਾ ਰਿਜੈਕਟ ਹੁੰਦਾ ਤਾਂ ਉਸ ਦੌਰਾਨ ਇਹ ਜਾਲੀ ਕਾਗਜ਼ਾਤ ਬਣਦੇ ਨੇ, ਉਹ ਟਾਈਮ ਫਿਲ ਕਰਨ ਵਾਸਤੇ ਜਾਂ ਐਜੂਕੇਸ਼ਨ ਦਾ ਕੁਝ ਹੋਇਆ ਉਹ ਫਿਲ ਕਰਨ ਵਾਸਤੇ। ਕਈ ਵਾਰ ਬਰਥ ਸਰਟੀਫਿਕੇਟਸ ਵੀ ਜਾਲੀ ਲਗਾਏ ਜਾਂਦੇ ਨੇ, ਕਈ ਵਾਰ ਜੋ ਐਕਸਪੀਰੀਅੰਸ ਸਰਟੀਫਿਕੇਟ ਵੀ ਜਾਲੀ ਲਗਾਏ ਜਾਂਦੇ ਨੇ। ਸੋ ਇਹ ਸਭ ਚੀਜ਼ਾਂ ਜੀ ਅਸਲ 'ਚ ਇਹਦੇ ਨਾਲ ਲਿਆਕਤ ਦੀ ਕਮੀ ਹੈ। ਬਹੁਤ ਸਾਰੇ ਸਟੂਡੈਂਟਸ ਕੋਲ ਨਾ ਇਹ ਪੈਸੇ ਠੱਗਣ ਦੇ ਤਰੀਕੇ ਆ। ਸੋ ਬੱਚੇ ਨੂੰ ਕਹੋ ਜੀ ਤੇਰਾ 2 ਸਾਲ ਦਾ ਗੈਪ ਆ, ਤੇਰਾ 2 ਲੱਖ ਰੁਪਈਆ ਲੱਗੂਗਾ, ਤੇਰਾ 5 ਸਾਲ ਦਾ ਗੈਪ ਆ, 4 ਲੱਖ ਰੁਪਈਆ ਲੱਗੂਗਾ। ਸੋ ਉਹਦੇ ਬਦਲੇ ਕੋਈ ਨਾ ਕੋਈ ਐਵੇਂ ਸੜੇ ਜੇ ਕਾਗਜ਼, ਕੋਈ ਕੰਪਿਊਟਰ ਦਾ ਡਿਪਲੋਮਾ ਕਰ ਲਿਆ। ਬੱਚੇ ਵੀ ਸੋਚਦੇ ਨੇ ਕਿ ਸ਼ਾਇਦ ਇਹਦੇ ਨਾਲ ਵੀਜ਼ਾ ਮਿਲਦਾ। ਯਕੀਨ ਮੰਨੋ, ਤੁਹਾਨੂੰ ਕਿਸੇ ਕਿਸਮ ਦਾ ਜਾਲੀ ਕਾਗਜ਼ ਲਾਉਣ ਦੀ ਲੋੜ ਨਹੀਂ ਆ। ਗੈਪ ਫਿਲ ਕਰਨ ਲਈ ਇਹ ਤੁਹਾਨੂੰ ਲੋੜ ਹੀ ਹੈ ਨਹੀਂ ਚੀਜ਼ਾਂ ਦੀ। ਸੋ ਜਦੋਂ ਕਿਸੇ ਸਟੂਡੈਂਟ ਨੇ ਵੀਜ਼ਾ ਲੈਣਾ, ਕਿਸੇ ਵੀ ਮੁਲਕ ਦਾ ਵੀਜ਼ਾ ਲੈਣਾ, ਇਹ ਡਿਪਲੋਮੇ ਜਿਹੜੇ ਬਣਾਉਂਦੇ ਨੇ ਇਹ ਕਿਸੇ ਕੰਮ ਨਹੀਂ ਆਉਂਦੇ। ਔਰ ਯਕੀਨ ਮੰਨੋ, ਇਹਨਾਂ ਨੂੰ ਚੱਕ ਕੇ ਲਾਂਭੇ ਰੱਖ ਦਿੱਤਾ ਜਾਂਦਾ, ਔਰ ਤੁਹਾਡੀ ਐਪਲੀਕੇਸ਼ਨ ਉਸ ਤੋਂ ਬਿਨਾਂ ਪ੍ਰੋਸੈਸ ਹੁੰਦੀ ਹੈ। ਇਹਨਾਂ ਦਾ ਤੁਹਾਡੀ ਐਪਲੀਕੇਸ਼ਨ ਦੇ ਵਿੱਚ 1% ਵੀ ਆਧਾਰ ਨਹੀਂ ਹੈਗਾ ਜਿਹੜੇ ਅਸੀਂ ਨਾਰਮਲ ਡਿਪਲੋਮਾਸ ਲਾਉਨੇ ਆ। ਸੋ ਚਾਹੇ ਤੁਸੀਂ ਕੁਕਿੰਗ ਲਾ ਲਓ, ਚਾਹੇ ਤੁਸੀਂ ਬਿਊਟੀਸ਼ੀਅਨ ਲਾ ਲਓ, ਚਾਹੇ ਤੁਸੀਂ ਕੰਪਿਊਟਰ ਦੇ ਲਾ ਲਓ, ਸੋ ਚਾਹੇ ਕੋਈ ਮੈਨੇਜਮੈਂਟ ਦੇ ਲਾ ਲਓ। ਜਿਹੜੇ ਨਾਨ ਸਰਟੀਫਾਈਡ ਡਿਪਲੋਮਾਸ ਆ, ਇਹਨਾਂ ਦਾ ਕੋਈ ਆਧਾਰ ਨਹੀਂ ਹੈਗਾ। ਇਮੀਗ੍ਰੇਸ਼ਨ ਵਿੱਚ ਤੇ ਬਿਲਕੁਲ ਹੀ ਹੈ ਨਹੀਂ। ਸਟੂਡੈਂਟ ਵੀਜ਼ੇ ਵਿੱਚ ਵੀ 0 ਵੈਲਿਊ ਕੈਰੀ ਕਰਦੇ ਨੇ।
ਸੋ ਇਸ ਕਰਕੇ ਸਟੂਡੈਂਟਸ ਨੂੰ ਸਿਰਫ ਗੁੰਮਰਾਹ ਕੀਤਾ ਜਾਂਦਾ ਕਿਉਂਕਿ ਸਟੂਡੈਂਟ ਦੀ ਆਪਣੀ ਰਿਸਰਚ ਹੈ ਨਹੀਂ। ਸ਼ੋਰ ਮਾਂ-ਬਾਪ ਨੂੰ ਪਤਾ ਨਹੀਂ, ਅਸੀਂ ਸੋਚਦੇ ਕਿ ਸ਼ਾਇਦ ਗੈਪ ਹੋ ਗਿਆ ਤੇ ਕ੍ਰਿਮੀਨਲ ਕੋਈ ਨਾ ਕੋਈ ਅਫੈਂਸ ਹੋ ਗਿਆ, ਇਹਨੂੰ ਢਕਣਾ ਹੀ ਪੈਣਾ ਤੇ ਚਾਦਰ ਪਾਉਣੀ ਪੈਣੀ ਆ। ਇੱਕ ਸਟੂਡੈਂਟ ਨੇ ਸਿਰਫ ਆਪਣੀ ਰਿਸਰਚ ਦੱਸਣੀ ਹੈ ਕਿ ਮੈਂ ਆਹ ਪੜ੍ਹਿਆ ਸੀ, ਉਸ ਤੋਂ ਬਾਅਦ ਮੈਂ ਵਿਹਲਾ ਰਿਹਾ, ਮੈਂ ਕੰਮ ਕੀਤਾ, ਮੈਂ ਇਸ ਸਮੇਂ 'ਚ ਆਹ ਲੱਭਿਆ ਤੇ ਅੱਜ ਮੈਨੂੰ ਇਹ ਲੱਭ ਰਿਹਾ ਕਿ ਮੈਂ ਆਹ ਪੜ੍ਹਾਈ ਨਾਲ ਮੇਰਾ ਕਰੀਅਰ ਤਰੱਕੀ ਇੱਧਰ ਨੂੰ ਹੋ ਸਕਦੀ ਹੈ। ਇਹਨੂੰ ਅਸੀਂ ਬੋਲਦੇ ਹਾਂ ਪ੍ਰੋਗਰੈਸ਼ਨ। ਤੁਸੀਂ ਪ੍ਰੋਗਰੈਸ਼ਨ ਪ੍ਰੂਵ ਕਰਨੀ। ਪ੍ਰੋਗਰੈਸ਼ਨ ਦੋ ਤਰੀਕੇ ਦੀ ਹੈ। ਇੱਕ ਹੈਗੀ ਐਕੈਡੈਮਿਕ ਪ੍ਰੋਗਰੈਸ਼ਨ, ਜਿਹਦੇ ਵਿੱਚ ਕਿ ਤੁਸੀਂ 8ਵੀਂ ਤੋਂ ਬਾਅਦ 9ਵੀਂ ਪੜ੍ਹਦੇ ਹੋ, 9ਵੀਂ ਤੋਂ ਬਾਅਦ 10ਵੀਂ 11ਵੀਂ 12ਵੀਂ ਪੜ੍ਹਦੇ ਹੋ, BA1 BA2 ਕੁਝ ਵੀ ਇਦਾਂ ਪੜ੍ਹਦੇ ਹੋ। ਸੋ ਇਹ ਐਕੈਡੈਮਿਕ ਪ੍ਰੋਗਰੈਸ਼ਨ ਹੈ। ਦੂਜੀ ਪ੍ਰੋਗਰੈਸ਼ਨ ਹੈਗੀ ਉਹਨੂੰ ਅਸੀਂ ਕਰੀਅਰ ਪ੍ਰੋਗਰੈਸ਼ਨ ਕਹਿੰਦੇ ਹਾਂ ਕਿ ਤੁਸੀਂ ਪੜ੍ਹਿਆ, ਉਸ ਤੋਂ ਬਾਅਦ ਤੁਸੀਂ ਕਿਸੇ ਨਾ ਕਿਸੇ ਯੂਜ਼ਫੁਲ ਐਕਟੀਵਿਟੀ 'ਚ ਇਨਵੋਲਵ ਰਹੇ। ਅੱਜ ਤੁਹਾਨੂੰ ਲੱਗਦਾ ਕਿ ਨਵੀਂ ਪੜ੍ਹਾਈ ਤੁਹਾਡਾ ਨਵਾਂ ਭਵਿੱਖ ਲੈ ਕੇ ਆਏਗੀ। ਸੋ ਇਹ ਜਿੱਦਾਂ ਮੈਂ ਗੱਲਾਂ 'ਚ ਬੋਲ ਰਿਹਾ, ਤੁਸੀਂ ਗੱਲਾਂ 'ਚ ਹੀ ਸਿੱਧ ਕਰਦੇ ਹੋ ਤੇ ਵੀਜ਼ਾ ਆ। ਸੋ ਕਿਸੇ ਕਿਸਮ ਦਾ ਕੋਈ ਜਾਲੀ ਕਾਗਜ਼ ਨਹੀਂ ਲਾਉਣਾ, ਕਿਸੇ ਕਿਸਮ ਦਾ ਕੋਈ ਤੁਹਾਨੂੰ ਡਿਪਲੋਮੇ ਸਰਟੀਫਿਕੇਟ ਲੋੜ ਹੈ ਨਹੀਂ ਆ। ਇਹ ਬਿਨਾਂ ਮਤਲਬ ਤੁਸੀਂ ਸਿਰਫ ਪੈਸੇ ਬਰਬਾਦ ਕਰਨ ਦੇ ਚੱਕਰ ਵਿੱਚ, ਤੁਸੀਂ ਤੁਹਾਡੇ ਤੋਂ ਪੈਸੇ ਲੈਣ ਦੇ ਚੱਕਰ ਵਿੱਚ ਚੀਜ਼ਾਂ ਬਣਦੀਆਂ ਨੇ। ਇਹਨਾਂ ਦਾ ਕੋਈ ਆਧਾਰ ਨਹੀਂ, ਕੋਈ ਬੇਸ ਨਹੀਂ। ਹਾਂ, ਤੁਹਾਡੀ ਆਪਣੀ ਜਿਹੜੀ ਪੜ੍ਹਾਈ ਆ ਉਹਦੇ ਵਿੱਚ ਤੁਹਾਡੇ ਅਗਰ ਕਿਤੇ ਕਿਸੇ ਸਬਜੈਕਟ 'ਚ ਨੰਬਰ ਘੱਟ ਰਹਿ ਗਏ, ਸੋ ਜਿਹੜਾ ਤੁਸੀਂ ਅਗਲਾ ਪ੍ਰੋਗਰਾਮ ਲੈਣਾ ਉਹਦੇ 'ਚ ਕੋਰ ਸਟਰੈਂਥ ਇਸ ਸਬਜੈਕਟ ਦੀ ਘੱਟ ਪਾ ਲਓ। ਓਕੇ, ਜਿਵੇਂ ਸਪੋਜ਼ ਕਰੋ ਤੁਸੀਂ ਕੋਈ ਲਾਈਕ ਮੈਥਸ ਵਿੱਚ ਨੰਬਰ ਘੱਟ ਆ, ਸੋ ਤੁਸੀਂ ਉਹਦੇ 'ਚ ਇੰਜੀਨੀਅਰਿੰਗ ਪ੍ਰੋਗਰਾਮ ਵਿੱਚ ਮਤ ਜਾਓ। ਸੋ ਤੁਸੀਂ ਨਾਰਮਲ ਮੈਨੇਜਮੈਂਟ ਪ੍ਰੋਗਰਾਮ 'ਚ ਜਾਓਗੇ, ਉੱਥੇ ਮੈਥਮੈਟਿਕਸ ਦੀ ਲੋੜ ਘੱਟ ਗਈ। ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਸਬਜੈਕਟ ਕਿਹੜੀ ਸਟਰੀਮ 'ਚ ਜਾਂਦੇ ਹੋ, ਆਪਸ਼ਨਸ ਕੀ ਨੇ। ਇਹ ਲਿਆਕਤ ਤੁਹਾਡੀ ਚੁਣਨ ਦੀ ਆ ਕਿ ਕੀ ਹੈਗਾ, ਕਿਹਦੇ 'ਚ ਫਾਇਦਾ ਦੇਗਾ, ਕਿਹਦੇ 'ਚ ਨੁਕਸਾਨ ਦੇਗਾ। ਬਟ ਸਟੂਡੈਂਟ ਲੇਮੈਨ ਵਰਗੇ ਬਿਹੇਵੀਅਰ ਦੇ ਉੱਪਰ, ਇਸ ਕਰਕੇ ਸਟੂਡੈਂਟ ਦੀ ਆਪਣੀ ਰਿਸਰਚ ਨਹੀਂ ਹੈਗੀ। ਇਸ ਕਰਕੇ ਹਰ ਕੋਈ ਬੇਵਕੂਫ ਬਣਾਉਣ ਦੇ ਲਈ ਕਾਹਲਾ ਆ ਔਰ ਸਟੂਡੈਂਟ ਬਣਨ ਲਈ ਕਾਹਲਾ ਆ। ਐਗਜ਼ੈਕਟਲੀ। ਔਰ ਤੁਸੀਂ ਦੇਖੋ ਕਈ ਵਾਰ ਜਿਹੜੇ ਉੱਥੇ ਅਧਿਕਾਰੀ ਬੈਠੇ ਨੇ, ਆਫੀਸਰਸ ਬੈਠੇ ਨੇ, ਉਹ ਇਹਨਾਂ ਸਬਜੈਕਟਸ ਦੀ ਚੋਇਸ ਕਰਕੇ ਸ਼ੱਕ ਕਰ ਦਿੰਦੇ ਨੇ ਕਿ ਇਹ ਬੜਾ ਆਸਾਨ ਜਿਹਾ ਸਬਜੈਕਟ ਲਿੱਤਾ ਹੈ ਜਾਂ ਇਹ ਇਸ ਦੀ ਉਹ ਵੈਲਿਊ ਨਹੀਂ ਹੈ ਕਿ ਇਹ ਕਰਨ ਵਾਸਤੇ ਇਹ ਇੱਥੇ ਆ। ਤੁਹਾਡਾ ਸੰਜੀਵ ਜੀ ਦੇਖੋ, ਪ੍ਰੋਗਰਾਮ ਤੁਸੀਂ ਕੋਈ ਵੀ ਲੈ ਲਓ, ਪ੍ਰੋਗਰਾਮ ਛੋਟਾ ਵੱਡਾ ਨਹੀਂ ਹੈ। ਤੁਸੀਂ ਸਿੱਧ ਕਰਨਾ ਹੈ ਕਿ ਉਸ ਪ੍ਰੋਗਰਾਮ ਵੱਲ ਨੂੰ ਤੁਹਾਡਾ ਝੁਕਾਅ ਹੋਇਆ ਕਿੱਦਾਂ, ਤੇ ਜੇ ਤੁਸੀਂ ਲੱਖਾਂ ਰੁਪਏ ਆਪਣੇ ਤੇ ਲਾ ਰਹੇ ਹੋ, ਇਹ ਵਾਪਸ ਆਉਣੇ ਕਿੱਦਾਂ। ਸੋ ਉਹਦੇ ਨਾਲ ਕਰੀਅਰ ਕਿਹੜਾ ਐਸੋਸੀਏਟਡ ਆ। ਕਿਉਂਕਿ ਇਹਨੂੰ ਅਸੀਂ ਬੋਲਦੇ ਹਾਂ ROI, ਰਿਟਰਨ ਔਨ ਇਨਵੈਸਟਮੈਂਟ। ਯੈਸ, ਸਾਡੇ ਲਈ ਹਰ ਇੱਕ ਚੀਜ਼ ਫੰਡਾਮੈਂਟਲ ਆ, ਹਰ ਇੱਕ ਚੀਜ਼ ਸਾਡੇ ਲਈ ਕੈਲਕੂਲੇਟਿਵ ਹੈ, ਸਾਇੰਟੀਫਿਕ ਮੈਥਡ ਹੈ। ਸੋ ਸਿਰਫ ਇਹ ਸਟੂਡੈਂਟ ਤੱਕ ਪਹੁੰਚਣ ਦੀ ਗੱਲ ਹੁੰਦੀ। ਸਟੂਡੈਂਟ ਨੂੰ ਅਗਰ ਪਤਾ ਹੋਵੇ ਫਿਰ ਉਹ ਕੱਢ ਲੈਂਦਾ ਆ। ਪਰ ਪੰਗਾ ਉੱਥੇ ਆ ਜਿੱਥੇ ਸਟੂਡੈਂਟ ਦੀ ਰਿਸਰਚ ਹੈ ਨਹੀਂ, ਸਟੂਡੈਂਟ ਨੂੰ ਪਤਾ ਵੀ ਹੈ ਨਹੀਂ। ਬਿਕੋਜ਼ ਉੱਥੇ ਜਿੱਦਾਂ ਕੋਈ ਕਹੇਗਾ ਸਟੂਡੈਂਟ ਨੂੰ ਮੰਨਣਾ ਪਏਗਾ। ਔਰ ਇਸੇ ਕਰਕੇ ਜਾਲੀ ਸਰਟੀਫਿਕੇਟ ਜਿਹੜੇ ਉਹਨਾਂ ਦੇ ਉੱਪਰ ਬੈਨ ਲੱਗਦੇ ਆ, ਜਿਹੜੇ ਬਾਰ-ਬਾਰ ਸਾਡੇ ਕੋਲ ਰਿਪੋਰਟਾਂ ਆਉਂਦੀਆਂ ਨੇ, ਇਹ ਲਗਾਤਾਰ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਜਦ ਤੱਕ ਸਟੂਡੈਂਟ ਜਾਗਰੂਕ ਨਹੀਂ ਹੁੰਦਾ। ਓਕੇ, ਮਤਲਬ ਆਪਣੀ ਰਿਸਰਚ, ਆਪਣੀ R&D ਜ਼ਰੂਰੀ ਹੈ। ਸਭ ਤੁਸੀਂ ਡਿਪੈਂਡ ਕਰਦੇ ਹੋ ਏਜੰਟਸ ਦੇ ਉੱਤੇ, ਧੋਖਾ ਖਾਂਦੇ ਹੋ, ਅਧਿਕਾਰੀਆਂ ਨੂੰ ਸ਼ੱਕ ਹੋ ਜਾਂਦਾ ਹੈ ਔਰ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਂਦਾ ਹੈ। ਫਿਰ ਉਸ ਗੈਪ ਨੂੰ ਫਿਲ ਕਰਨ ਵਾਸਤੇ ਫਿਰ ਤੁਸੀਂ ਜਾਲੀ ਸਰਟੀਫਿਕੇਟਸ, ਔਰ ਫਿਰ ਉਹ ਬਲਰਾਜ ਸਿੰਘ ਪੱਟੀ ਜੀ ਦਾ ਜੋ ਹਾਲ ਹੋਇਆ, ਔਰ ਇਸ ਤਰ੍ਹਾਂ ਦੇ ਕਈ ਬੈਠੇ ਹੋਣਗੇ ਜੋ ਗਲਤ ਕਾਗਜ਼ ਤਿਆਰ ਕਰਕੇ ਪੱਕਾ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ। ਜਦੋਂ ਗਵਰਨਮੈਂਟ ਨੂੰ ਪਤਾ ਲੱਗਦਾ ਤਾਂ ਹੋ ਸਕਦਾ ਉਹ ਡਿਪੋਰਟ ਵੀ ਕਰ ਦੇਵੇ। ਸੋ ਇਹ ਸਾਰੇ ਰਿਸਕ ਉੱਥੇ ਇਨਵੋਲਵ ਨੇ। ਸੋ ਤੁਸੀਂ ਵੀ ਕੁਝ ਹੋਰ ਪੁੱਛਣਾ ਚਾਹੁੰਦੇ ਹੋ, ਇਨਬਾਕਸ ਕਰੋ ਆਪਣੇ ਸਵਾਲ ਸਾਨੂੰ, ਔਰ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਅਰਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਪੰਜਾਬ ਐਬਰੋਡ ਦੇ ਵਿੱਚ ਤੁਸੀਂ ਆਏ ਤੇ ਦਰਸ਼ਕਾਂ ਨਾਲ ਆਪਣੀ ਗੱਲ ਸਾਂਝੀ ਕੀਤੀ। ਥੈਂਕ ਯੂ ਵੈਰੀ ਮਚ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ।